ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੇਰੇ ਨਾਲ ਨੇ ਤਿੰਨ ਉੱਘੀਆਂ ਹਸਤੀਆਂ। ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਾਬਕਾ ਡੀਨ। ਡਾਕਟਰ ਬਲਕਾਰ ਸਿੰਘ, ਇਹ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਨੇ। ਇਹ ਵੀ ਡਾਇਰੈਕਟਰ ਨੇ ਮੌਜੂਦਾ ਦੌਰ ਦੇ ਵਿੱਚ ਉੱਥੇ। ਲੇਕਿਨ ਇਹਨਾਂ ਦੇ ਨਾਲ ਤੀਜੇ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ, ਦਿੱਲੀ ਤੋਂ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ। ਔਰ ਮੈਂ ਤਿੰਨਾਂ ਨੂੰ ਜੀ ਆਇਆਂ ਆਖਦਾ ਜੀ। ਧੰਨਵਾਦ। ਗੱਲ ਸਿੱਧੀ ਕਰਾਂਗੇ, ਟੂ ਦਾ ਪੁਆਇੰਟ ਕਰਾਂਗੇ ਔਰ 2 ਰਾਉਂਡ ਚ ਕਰਾਂਗੇ। ਤੇ ਮੁੱਦੇ ਵੀ 2 ਨੇ, ਕੋਈ ਇੱਧਰ ਉੱਧਰ ਦੀ ਗੱਲ ਨਹੀਂ ਦੋਸਤੋ। ਐਤਵਾਰ ਦਾ ਦਿਨ ਹੈ, ਸ਼ਾਮ ਤੁਹਾਡੀ ਬਿਹਤਰ ਹੋਵੇ ਅਸੀਂ ਚਾਹੁੰਦੇ ਆ, ਇਸੇ ਕਰਕੇ ਵਲ ਫਰੇਬ ਨਹੀਂ ਪਾਵਾਂਗੇ। 2 ਸਵਾਲ। ਹਰੇਕ ਫਿਲਮ ਦਾ ਇੱਕ ਟ੍ਰੇਲਰ ਰਿਲੀਜ਼ ਹੁੰਦਾ ਹੈ ਅਕਸਰ, ਔਰ ਉਸ ਟ੍ਰੇਲਰ ਨੂੰ ਦੇਖ ਕੇ ਦਰਸ਼ਕ ਮਨ ਬਣਾਉਂਦਾ ਹੈ ਕਿ ਫਿਲਮ ਕਿਹੋ ਜਿਹੀ ਹੋ ਸਕਦੀ ਹੈ। ਅਸੀਂ 5 ਸਾਲ ਦਾ ਵਕਫਾ ਆਮ ਆਦਮੀ ਪਾਰਟੀ ਦਾ 5 ਮਹੀਨਿਆਂ 'ਚ ਜੱਜ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ। ਮੈਂ ਯਤਨ ਕਰਨ ਲੱਗਿਆ ਮਹਿਮਾਨਾਂ ਤੋਂ ਪੁੱਛਣ ਦਾ ਕਿ ਜੇ ਟ੍ਰੇਲਰ ਰੂਪ ਦੇ ਵਿੱਚ 5 ਮਹੀਨੇ ਦੇਖ ਕੇ ਫਿਲਮ ਦਾ ਤਸੱਵਰ ਕਰਨਾ ਹੋਵੇ ਵੀ ਕਿਹੋ ਜਿਹੀ ਹੈ ਸਮੀਖਿਆ ਦੇ ਰੂਪ 'ਚ, ਤੇ ਇੱਕ ਸਵਾਲ ਇਹ ਹੈ। ਤੇ ਦੂਜਾ ਸਵਾਲ ਕਿ 13 ਦਾ ਅੰਕੜਾ ਅਕਾਲੀ ਦਲ ਦੀ ਬੇੜੀ ਪਾਰ ਕਰ ਦੂ। ਸਭ ਤੋਂ ਪਹਿਲਾਂ ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਮੈਨੂੰ ਦੱਸਿਓ ਜ਼ਰਾ ਕਿ 5 ਮਹੀਨਿਆਂ ਨੂੰ ਇੱਕ ਕੈਪਸੂਲ ਰੂਪ ਚ ਦੇਖ ਕੇ, ਇੱਕ ਟ੍ਰੇਲਰ ਰੂਪ ਦੇ ਵਿੱਚ ਦੇਖ ਕੇ 5 ਸਾਲਾਂ ਦਾ ਤਸੱਵਰ ਕੀਤਾ ਜਾ ਸਕਦਾ? ਰੰਧਾਵਾ ਸਾਹਿਬ, ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਰੀਆਰਗੇਨਾਈਜੇਸ਼ਨ ਤੋਂ ਲੈ ਕੇ 1966 ਤੋਂ 2022 ਤੱਕ ਇੱਥੇ 2 ਪੋਲੀਟੀਕਲ ਪਾਰਟੀਆਂ ਆਲਟਰਨੇਟਿਵਲੀ ਰਾਜ ਕਰਦੀਆਂ ਰਹੀਆਂ, ਲੇਕਿਨ ਉਹਨਾਂ ਦੀ ਗਵਰਨੈਂਸ ਤੋਂ ਲੋਕਾਂ ਨੂੰ ਬਹੁਤ ਮਾਯੂਸੀ ਹੋਈ, ਜਿਹਦੀ ਵਜ੍ਹਾ ਕਰਕੇ ਇੱਕ ਨਵੀਂ ਬਣੀ ਪੋਲੀਟੀਕਲ ਪਾਰਟੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪਰਿਵਰਤਨ ਦੇ ਨਾਮ ਤੇ ਮੌਕਾ ਦਿੱਤਾ। ਇਸ ਸਰਕਾਰ ਨੇ 16 ਮਾਰਚ 2022 ਨੂੰ ਓਥ ਲਿੱਤੀ। ਤਕਰੀਬਨ 5.5 ਮਹੀਨੇ ਹੋ ਗਏ ਸਰਕਾਰ ਬਣੀ ਨੂੰ। ਵੈਸੇ ਤਾਂ 5.5 ਮਹੀਨੇ ਦਾ ਸਮਾਂ ਕੋਈ ਜ਼ਿਆਦਾ ਸਮਾਂ ਨਹੀਂ ਹੈ ਕਿਸੇ ਪਾਰਟੀ ਦੀ ਪਰਫਾਰਮੈਂਸ ਨੂੰ ਜੱਜ ਕਰਨ ਦਾ, ਕਿਉਂਕਿ ਇਹ ਸਰਕਾਰ 5 ਸਾਲ ਵਾਸਤੇ ਬਣ ਕੇ ਆਈ ਹੈ। ਜਿਹੜਾ ਪਹਿਲਾਂ ਦਾ ਸਮਾਂ ਸੀ 2-3 ਮਹੀਨੇ ਦਾ, ਉਹਦੇ ਵਿੱਚ ਇਸ ਸਰਕਾਰ ਦੇ ਬਾਰੇ ਲੋਕਾਂ ਦੇ ਵਿੱਚ ਬੜਾ ਮਾਯੂਸੀ ਦਾ ਆਲਮ ਰਿਹਾ। ਮਾਯੂਸੀ ਦਾ ਆਲਮ ਮੈਂ ਤਾਂ ਕਹਿਣਾ ਕਿਉਂਕਿ 2-3 ਐਸੀਆਂ ਗੱਲਾਂ ਹੋਈਆਂ ਜਿਹਦੇ ਤੋਂ ਲੋਕਾਂ ਨੂੰ ਇਹ ਲੱਗਿਆ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਅੱਛੀ ਤਰ੍ਹਾਂ ਪਰਫਾਰਮ ਨਹੀਂ ਕਰ ਪਾਈ। ਉਹਦੇ ਵਿੱਚ 2-3 ਗੱਲਾਂ ਦੇ ਵਿੱਚ ਮੁੱਖ 2 ਗੱਲਾਂ ਦੀ ਆਪਾਂ ਗੱਲ ਕਰਾਂਗੇ। ਇੱਕ ਤਾਂ ਜਿਹੜੇ ਇੰਪੋਰਟੈਂਟ ਫੈਸਲੇ ਲਿੱਤੇ ਗਏ ਸਰਕਾਰ ਬਣਨ ਤੋਂ ਇਮੀਡੀਏਟਲੀ ਬਾਅਦ, ਰਾਜ ਸਭਾ ਮੈਂਬਰਾਂ ਦੀ ਨੋਮੀਨੇਸ਼ਨ ਦਾ ਮਸਲਾ, ਉਹ ਸਾਰਿਆਂ ਨੂੰ ਪਤਾ ਹੀ ਹੈ। ਆਮ ਤੌਰ ਤੇ ਇਹ ਚਰਚਾ ਸੀ ਕਿ ਇਹ ਦਿੱਲੀ ਦਰਬਾਰ ਦੇ ਉਹਦੇ ਇੱਛਾਵਾਂ ਦੇ ਅਨੁਸਾਰ ਲਿੱਤਾ ਗਿਆ। ਲੋਕਾਂ ਨੂੰ ਇਹ ਪ੍ਰਵਾਨ ਨਹੀਂ ਸੀ ਕਿ ਜਿਹੜੀ ਸਰਕਾਰ ਅਸੀਂ ਪੰਜਾਬ ਲਈ ਚੁਣੀ ਹੈ, ਪੰਜਾਬ ਦੇ ਲੋਕਾਂ ਲਈ ਚੁਣੀ ਹੈ, ਉਹ ਦਿੱਲੀ ਦੇ ਇਸ਼ਾਰਿਆਂ ਤੇ ਕੰਮ ਕਰੇ। ਇਸੇ ਤਰ੍ਹਾਂ ਕੇਜਰੀਵਾਲ ਦੇ ਖਿਲਾਫ ਜਿਹੜਾ ਵੀ ਬੋਲਦਾ ਸੀ ਉਹਦੇ ਖਿਲਾਫ ਦਿੱਲੀ ਦੇ ਵਿੱਚ ਨਹੀਂ ਸੀ ਮੁਕੱਦਮਾ ਦਰਜ ਹੁੰਦਾ, ਬਲਕਿ ਪੰਜਾਬ ਦੇ ਵਿੱਚ ਦਰਜ ਹੁੰਦਾ ਸੀ। ਲੋਕਾਂ ਨੂੰ ਇਹ ਲੱਗਿਆ ਕਿ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਆਮ ਆਦਮੀ ਪਾਰਟੀ ਦੀ, ਦਰਅਸਲ ਉਹ ਸਰਕਾਰ ਚਲਾ ਰਹੀ ਹੈ, ਪੰਜਾਬ ਦੇ ਲੀਡਰਾਂ ਨੂੰ ਕੋਈ ਨਹੀਂ ਪੁੱਛ ਰਿਹਾ। ਔਰ ਪੰਜਾਬੀ ਹਰ ਇੱਕ ਗੱਲ ਨੂੰ ਬਰਦਾਸ਼ਤ ਕਰ ਸਕਦਾ ਹੈ, ਲੇਕਿਨ ਦਿੱਲੀ ਦੀ ਸਬਆਰਡੀਨੇਸ਼ਨ ਬਰਦਾਸ਼ਤ ਨਹੀਂ ਕਰ ਸਕਦਾ। ਦੂਜੀ ਜਿਹੜੀ ਗੱਲ ਆਮ ਆਦਮੀ ਪਾਰਟੀ ਦੇ ਖਿਲਾਫ ਸ਼ੁਰੂਆਤੀ ਦੌਰ ਦੇ ਵਿੱਚ ਗਈ ਸੀ, ਉਹ ਸੀ ਲਾਅ ਐਂਡ ਆਰਡਰ ਪ੍ਰੋਬਲਮ ਲੈ ਕੇ, ਕਿ ਲਾਅ ਐਂਡ ਆਰਡਰ ਦੀ ਪ੍ਰੋਬਲਮ ਇੱਕਦਮ ਬਹੁਤ ਵਿਗੜ ਗਈ ਸੀ। ਲੇਕਿਨ ਉਹ ਜਿਹੜੀ ਅਸੀਂ ਕਹਿੰਦੇ ਕਿ ਟੀਥਿੰਗ ਟਰਬਲ ਹੈ, ਹਜੇ ਤੱਕ ਲੋਕਾਂ ਨੇ ਕੋਈ ਫਾਈਨਲ ਪਰਸੈਪਸ਼ਨ ਇਸ ਸਰਕਾਰ ਦੀ ਪਰਫਾਰਮੈਂਸ ਨੂੰ ਲੈ ਕੇ ਨਹੀਂ ਬਣਾਈ। ਲੇਕਿਨ ਰੀਸੈਂਟ ਟਾਈਮਸ ਦੇ ਵਿੱਚ ਇਸ ਸਰਕਾਰ ਨੇ ਕਈ ਅੱਛੇ ਕੰਮ ਵੀ ਕੀਤੇ ਹੈਗੇ ਜਿਨ੍ਹਾਂ ਦੀ ਐਪਰੀਸੀਏਸ਼ਨ ਹੋ ਰਹੀ ਹੈ, ਜਿਵੇਂ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਛੁਡਵਾਣੇ, ਜਾਂ ਲਾਰਜ ਸਕੇਲ ਤੇ ਜਿਹੜੀ ਹੈਗੀ ਕਰਪਸ਼ਨ ਦੇ ਖਿਲਾਫ ਜਿਹੜੀ ਮੁਹਿੰਮ ਵਿੱਢੀ ਹੋਈ ਹੈ, ਉਹਨਾਂ ਦਾ ਲੋਕਾਂ ਦੇ ਵਿੱਚ ਬਹੁਤ ਅੱਛਾ ਭਰਮਾ ਹੁੰਗਾਰਾ ਹੈ। ਇਸੇ ਤਰ੍ਹਾਂ ਫ੍ਰੀ ਬਿਜਲੀ ਵਾਲੀ ਗੱਲ ਕਿ 300 ਯੂਨਿਟ ਬਿਜਲੀ ਦੇਣੀ ਹੈ 2 ਮਹੀਨੇ ਦੀ 600, ਇਹ ਸਾਰੀਆਂ ਗੱਲਾਂ ਤੋਂ ਲੋਕਾਂ ਨੂੰ ਆਸ ਬੱਝੀ ਹੈ ਕਿ ਭਾਵੇਂ ਥੋੜਾ ਜਿਹਾ ਸਮਾਂ ਲੱਗ ਗਿਆ, ਲੇਕਿਨ ਇਹ ਸਰਕਾਰ ਹੁਣ ਅੱਛੀ ਤਰ੍ਹਾਂ ਸੈਟਲ ਹੋ ਗਈ।
ਕਰਪਸ਼ਨ ਦੇ ਖਿਲਾਫ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਆਪਣੇ ਵਾਅਦੇ ਪੂਰੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਿਲਕੁਲ ਬਿਲकुल ਪ੍ਰੋਫੈਸਰ ਸਾਹਿਬ ਤੁਸੀਂ ਬੜਾ ਟੂ ਦਾ ਪੁਆਇੰਟ ਹੀ ਰਹੇ ਹੋ। ਮੈਂ ਇਹੀ ਸਵਾਲ ਪ੍ਰੋਫੈਸਰ ਬਲਕਾਰ ਸਿੰਘ ਹੁਣਾਂ ਵੱਲ ਲੈ ਕੇ ਜਾਣਾ। ਜੋਤਕਾ ਸਾਹਿਬ ਮਾਫੀ ਚਾਹੁੰਦਾ, ਮੈਂ ਇਧਰੋਂ ਘੁੰਮ ਕੇ ਫੇਰ ਹੀ ਆਉਣਾ ਜੀ। ਪ੍ਰੋਫੈਸਰ ਬਲਕਾਰ ਸਿੰਘ ਬੜੇ ਬੜੇ ਮੁਕਤਸਰ ਦੇ ਸ਼ਬਦਾਂ ਦੇ ਵਿੱਚ ਮੈਨੂੰ ਇਹ ਦੱਸਿਓ, ਕਿਉਂਕਿ ਜਮਸ਼ੀਦ ਅਲੀ ਖਾਨ ਪ੍ਰੋਫੈਸਰ ਸਾਹਿਬ ਨੇ ਜਿਹੜੀ ਗੱਲ ਕਹੀ ਆ ਉਹਦੇ ਤੋਂ ਸਿੱਧਾ ਸਾਫ਼ ਹੈ ਕਿ ਲੋਕਾਂ ਨੇ ਫਾਈਨਲ ਪਰਸੈਪਸ਼ਨ ਨਹੀਂ ਬਣਾਈ, ਇਹਦੇ ਬਾਰੇ ਅਜੇ ਮਨ ਨਹੀਂ ਬਣਾਇਆ, ਉਹਨਾਂ ਖੁੱਲਾ ਛੱਡਿਆ ਵੀ ਅਜੇ ਹੋਰ ਸਮਾਂ ਦਿਓ। ਤੁਸੀਂ ਮੈਨੂੰ ਇਹਦੇ ਉੱਤੇ ਟਿੱਪਣੀ ਦਿਓ ਕਿ 5 ਮਹੀਨਿਆਂ ਨੂੰ 5 ਸਾਲਾਂ ਤੱਕ ਫੈਲਦਿਆਂ ਵੇਖਣਾ ਹੋਵੇ ਤੇ 5 ਮਹੀਨਿਆਂ ਨੂੰ ਕਿੰਨੇ ਕੁ ਨੰਬਰ ਦਿਓਗੇ ਤੇ ਕਿੱਥੇ ਕੁ ਖੜੀ ਵੇਖਦੇ ਹੋ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਪੂਰੀਆਂ ਹੋ ਜਾਣਗੀਆਂ? ਦੇਖੋ ਰੰਧਾਵਾ ਸਾਹਿਬ, ਤੁਸੀਂ ਠੀਕ ਸਵਾਲ ਕੀਤਾ ਵੀ ਅਸੀਂ ਤੇ ਅੰਦਾਜ਼ਾ ਲਾਉਣਾ ਹੈ ਤੇ ਅਸੈਸਮੈਂਟ ਕਰਨੀ ਹੈ, ਤੇ ਖਾਨ ਸਾਹਿਬ ਨੇ ਜਿਹੜੇ ਡਿਟੇਲ ਦੇ ਦਿੱਤੀ ਹੈ, ਡਾਟਾ ਦੇ ਦਿੱਤਾ, ਉਹ ਮੈਂ ਰਿਪੀਟ ਨਹੀਂ ਕਰਾਂਗਾ, ਪਰ ਮੈਂ ਉਹਦੇ ਬੇਸ ਤੇ ਕਹਿਣਾ ਕਿ ਸਰਕਾਰ ਲਾਰਿਆਂ ਦੇ ਆਸਰੇ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪਬਲਿਕ ਪਰਸੈਪਸ਼ਨ 'ਚ ਗੱਲ ਜਾ ਰਹੀ ਹੈ। ਜਿਹੜੀ ਫ੍ਰੀ ਬੀਜ ਨੇ ਜਿਹਨਾਂ ਤੇ ਬੜਾ ਵੱਡਾ ਰੌਲਾ ਪੈ ਰਿਹਾ ਹੈ, ਇਹ ਪਬਲਿਕ ਨੂੰ ਟੈਂਪਰੇਰੀ ਤੌਰ ਤੇ ਰਿਲੀਫ ਦਿੰਦੇ ਨੇ, ਪਰ ਪੱਕੇ ਤੌਰ ਤੇ ਉਹਨਾਂ ਦਾ ਥਾਂ ਨਹੀਂ ਬਣਾਉਂਦੇ ਉਹਦੇ ਤੇ। ਵੈਸੇ ਹੀ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਥਾਂ ਬਣਨਾ ਡੇ ਵਨ ਤੋਂ। ਮੈਂ ਮਿਸਾਲ ਲੈਣਾ ਕਿ ਸੰਗਰੂਰ ਵਾਲੀ ਸੀਟ ਤੇ ਜਦੋਂ ਮਾਨ ਜਿੱਤਿਆ ਉਦੋਂ ਇੱਕ ਦੋ ਗੱਲਾਂ ਵਾਪਰੀਆਂ ਕਿ ਉਹ ਜਦੋਂ ਉਸ ਗੱਡੀ ਨਾਲ ਲਟਕੇ ਜਿਹਦੇ ਤੇ ਕੇਜਰੀਵਾਲ ਚੜਿਆ ਹੋਇਆ ਸੀ, ਉਹਦੇ ਕਰਕੇ ਉਹ ਹਾਰ ਗਏ, ਨਿੱਕੀ ਜੀ ਗੱਲ ਕਰਕੇ ਵੀ ਉੱਥੇ ਕੇਜਰੀਵਾਲ ਹੀ ਹੈ ਸਾਰਾ। ਹੁਣ ਇਹ ਪਰਸੈਪਸ਼ਨ ਜਿਹੜੀ ਹੈ ਉਹ ਇਹ ਨਹੀਂ ਵੀ ਉਹ ਉਦੋਂ ਉਹ ਹੋਣ ਕਰਕੇ ਆਪਣਾ ਲੋਕਾਂ ਦੇ ਮਨ ਵਿੱਚ ਸੀ ਗੱਲ ਵੀ ਕੇਜਰੀਵਾਲ ਕਿਤੇ ਹਾਵੀ ਹੈ ਤੇ ਇਹ ਉਹਦੇ ਪੈਰਾਂ 'ਚ ਪੈਰ ਰੱਖ ਕੇ ਤੁਰ ਰਹੇ ਨੇ। ਹੁਣ ਵੀ ਖਾਨ ਸਾਹਿਬ ਨੇ ਵੀ ਕਿਹਾ ਕਿ ਦਿੱਲੀ ਵਾਲਾ ਦਖਲ ਜਿਹੜਾ ਹੈ, ਦੇਖੋ ਭਗਵੰਤ ਮਾਨ ਬੇਸਿਕਲੀ ਪੰਜਾਬ ਦਾ ਇੱਕ ਸਧਾਰਨ ਜੱਟਾਂ ਦਾ ਮੁੰਡਾ ਹੈ ਤੇ ਆਨੈਸਟਲੀ ਚੱਲਣਾ ਚਾਹੁੰਦਾ ਹੈ, ਕਰਨਾ ਵੀ ਚਾਹੁੰਦਾ ਕੁਛ, ਪਰ ਜੇ ਉਹਦੇ 'ਚ ਜਦੋਂ ਦਿੱਕਤ ਆਉਣੀ ਹੈ ਉਹਨੂੰ ਪਬਲਿਕ ਨੇ ਫੇਲ ਨਹੀਂ ਕਰਨਾ, ਉਹਨੂੰ ਦਿੱਲੀ ਨੇ ਫੇਲ ਕਰਨਾ ਹੈ। ਤੇ ਦਿੱਲੀ ਫੇਲ ਕਰਨ ਵਾਲੇ ਮੇਰੇ ਮੁਤਾਬਕ ਰਾਹ ਪਾਈ ਹੋਈ ਹੈ। ਮੈਂ ਸਮਝਦਾ ਕਿ ਜਿਹੜੇ ਸੰਕੇਤ ਨੇ ਪਬਲਿਕ ਵਿੱਚ ਉਹ ਇਹਨਾਂ ਦੇ ਹੱਕ ਵਿੱਚ ਨਹੀਂ ਜਾ ਰਿਹਾ, ਕਿਉਂਕਿ ਜਿਹੜੀ ਗੱਲ ਸ਼ੁਰੂ ਹੁਣ ਜ਼ਮੀਨਾਂ ਵਾਲੀ ਗੱਲ ਸ਼ੁਰੂ ਕਰਦੀ, ਪੰਚਾਇਤੀ ਜ਼ਮੀਨਾਂ ਵਾਲੀ ਗੱਲ ਹੋ ਗਈ ਸ਼ੁਰੂ, ਇਸ਼ੂ ਆ ਗਿਆ ਵੀ ਇਸ ਪਾਸੇ ਤੁਰ ਰਹੇ ਨੇ, ਪਰ ਉਹਦੀ ਜਿਹੜੀ ਪ੍ਰਾਪਤੀ ਹੈ ਉਹਦੇ ਤੇ ਬਹੁਤ ਸਵਾਲ ਉੱਠ ਖੜੇ ਹੋਏ ਨੇ ਲੋਕਾਂ ਦੇ ਵਿੱਚ। ਉਹਦੇ ਵਾਸਤੇ ਵੀ ਬਹੁਤ ਕੁਝ ਨਵਾਂ ਚਲਾ ਗਿਆ ਹੋਇਆ। ਮੈਂ ਸਮਝਦਾ ਕਿ ਜੇ ਇੱਕ ਗੱਲ ਮੈਂ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ, ਤੁਹਾਡੀ ਆਡੀਅנס ਨਾਲ ਤੁਹਾਡੇ ਨਾਲ ਸਾਂਝਾ ਕਰਨਾ, ਪੈਨਲਿਸਟ ਨਾਲ ਸਾਂਝਾ ਕਰਨਾ ਚਾਹੁੰਦਾ ਵੀ ਬੇਅੰਤ ਸਿੰਘ ਨੂੰ ਵੀ ਐਂ ਮੈਜੋਰਿਟੀ ਮਿਲੀ ਸੀ, ਭਾਵੇਂ ਕਿਸੇ ਕਾਰਨ ਕਰਕੇ ਮਿਲ ਗਈ ਸੀ। ਬੇਅੰਤ ਸਿੰਘ ਵਾਲੀ ਮੈਜੋਰਿਟੀ ਵੀ ਫੇਲ ਐਂ ਹੀ ਹੋਈ ਸੀ ਕਿ ਸੀਐਮ ਦੀ ਥਾਂ ਤੇ ਕੋਈ ਹੋਰ ਹੀ ਚੱਲੀ ਜਾਂਦਾ। ਹਾਲਾਂਕਿ ਨਾ ਹੁਣ ਮਤਲਬ ਅੱਜ ਕੱਲ ਨਵੀਆਂ ਗੱਲਾਂ ਆ ਰਹੀਆਂ ਨੇ ਸਾਹਮਣੇ, ਤੇ ਮੈਨੂੰ ਲੱਗਦਾ ਹੈ ਕਿ ਬੇਅੰਤ ਸਿੰਘ ਸਰਕਾਰ ਵਾਂਗੂ ਹੀ ਪਬਲਿਕ ਪਰਸੈਪਸ਼ਨ ਵਿੱਚ ਸੀਐਮ ਸਾਹਿਬ ਦੀ ਛਵੀ ਜਿਹੜੀ ਹੈ ਦਿੱਲੀ ਦੇ ਦਖਲ ਕਰਕੇ ਬਹੁਤ ਜ਼ਿਆਦਾ ਵਿਗੜ ਰਹੀ ਹੈ। ਤੇ ਉਹਨਾਂ ਨੂੰ ਚਾਹੀਦਾ ਇਹ ਹੈ ਕਿ ਉਹ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਸਰਕਾਰ ਵਾਂਗੂ ਚਲਾਉਣ, ਕਿਉਂਕਿ ਲੋਕਾਂ ਨੇ ਪੰਜਾਬ ਦੀ ਸਰਕਾਰ ਚੁਣੀ ਸੀ। ਉਹਨਾਂ ਨੇ ਕੋਈ ਮਤਲਬ ਉਹਦਾ ਮਾਡਲ ਜਾਂ ਉਹਦਾ ਫੱਟਾ ਨਹੀਂ ਸੀ ਚੁਣਿਆ ਕਿ ਉਹ ਜਿਹੜੀ ਆਪ ਪਾਰਟੀ ਹੈ ਉਹਦਾ ਫੱਟਾ ਇੱਧਰ ਨੂੰ ਜਾਣ। ਮੈਂ ਸਮਝਦਾ ਹਾਂ ਕਿ ਹਾਲ ਸਾਡੀ ਸਰਕਾਰ ਦਾ ਜਿਹੜਾ ਮਾਨ ਸਰਕਾਰ ਦਾ 2-3 ਕਾਰਨਾਂ ਕਰਕੇ ਹੈ। ਲੋਕ ਇਹਨੇ ਐਕਸਪੀਰੀਅੰਸ ਕਹਿੰਦੇ ਨੇ, ਉਹਨਾਂ 'ਚ ਉਹ ਜਜ਼ਬਾ ਨਹੀਂ ਹੈ, ਅਫਸਰਸ਼ਾਹੀ ਜਿਹੜੀ ਹੈ ਉਹ ਕਈ ਵਾਰ ਉਹਨਾਂ ਦੇ ਪਾਸੇ ਉੱਤੋਂ ਦੀ ਨਿਕਲ ਜਾਂਦੀ ਹੈ। ਉਹਦਾ ਕਾਰਨ ਇਹ ਹੈ ਜਿਵੇਂ ਬਹੁਤ ਮੋਟਾ ਬੰਦਾ ਹੋਵੇ ਨਾ ਤੇ ਉਹਨੂੰ ਉਹ ਪੈਰ ਨਹੀਂ ਦਿਸਦੇ ਆਪਣੇ, ਇਵੇਂ ਹੀ ਸਰਕਾਰਾਂ ਜਿਹੜੀਆਂ ਨੇ, ਸਰਕਾਰ ਦਾ ਪਹਿਲਾ ਨੁਕਸ ਹੀ ਇਹ ਪੈਂਦਾ ਹੈ ਕਿ ਉਹਨੂੰ ਆਪਣੇ ਪੈਰ ਨਹੀਂ ਪਤਾ ਲੱਗਦਾ। ਉਹ ਲੋਕਾਂ ਦੀ ਗੱਲ ਜਦੋਂ ਤੱਕ ਉਹਨਾਂ ਦੀ ਪੈਰਾਂ ਵਾਲੀ ਗੱਲ ਉਦੋਂ ਤੱਕ ਪਹੁੰਚਦੀ ਹੈ, ਉਦੋਂ ਤੱਕ ਗੱਲ ਬਹੁਤ ਦੂਰ ਜਾ ਚੁੱਕੀ ਹੁੰਦੀ ਹੈ। ਮੇਰੇ ਮੁਤਾਬਕ ਜਿਹੜੀ ਪਬਲਿਕ ਪਰਸੈਪਸ਼ਨ ਵਿੱਚ ਇਹ ਸਰਕਾਰ ਜਿਹੜੀ ਹੈ ਜਿਸ ਮਕਸਦ ਵਾਸਤੇ ਚੁਣੀ ਸੀ, ਬਦਲਾਵ ਵਾਸਤੇ, ਉਹਦਾ ਕੋਈ ਬਦਲਾਵ ਨਹੀਂ ਲਿਆ ਰਹੀ। ਜਿਹੜੀ ਇਹਦਾ ਇੰਪੈਕਟ ਬਣਨਾ ਸੀ ਕਿ ਪਬਲਿਕ 'ਚ ਪੰਜਾਬ ਨੂੰ ਇੱਕ ਸੇਧ ਦੇਣੀ। ਪੰਜਾਬ ਸੂਬਾ ਰੋਲ ਮਾਡਲ ਸੂਬਾ ਹੈ ਹਿੰਦੁਸਤਾਨ ਦੇ ਸਾਰੇ ਸੂਬਿਆਂ ਦਾ। ਅਸੀਂ ਅਕਾਲੀਆਂ ਵੇਲੇ ਫੇਲ ਹੋ ਗਏ ਅਕਾਲੀ। ਹੁਣ ਮੈਂ ਇਹ ਸਮਝਦਾ ਕਿ ਮੈਂ ਅੱਜ ਇਹ ਵੀ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਜਿਹੜੀ ਸੰਗਰੂਰ ਸੀਟ ਤੇ ਹੋਈ ਉਹਦੇ ਨਾਲ ਮਾਨ ਨਹੀਂ ਜਿੱਤਿਆ, ਇਹ ਲੋਕਾਂ ਦੀ ਮਨਸ਼ਾ ਜਿੱਤੀ ਕਿ ਇੱਥੇ ਇਹ ਮਤਲਬ ਆਪ ਦੇ ਬਦਲਾਵ ਦੀ ਲੋੜ ਹੈ। ਹੁਣ ਇਸ ਵੇਲੇ ਜਿਹੜੀ ਇਹ ਗੱਲ ਲੋਕਾਂ ਵਿੱਚ ਜਾ ਰਹੀ ਹੈ ਕਿ ਆਪ ਆਪਣੀਆਂ ਕੀਤੀਆਂ ਹੋਈਆਂ ਆਪਣੇ ਮੁੱਦੇ ਤੋਂ ਜਿਹੜੀ ਹੈ ਪੂਰੀ ਨਹੀਂ ਉਤਰ ਰਹੀ, ਇਸ ਕਰਕੇ ਲੋਕਾਂ ਨੇ ਅਦਰਵਾਈਜ਼ ਸੋਚਣਾ ਸ਼ੁਰੂ ਕਰਤਾ ਹੈ, ਉਸ ਉਹ ਖੜਨਾ ਸ਼ੁਰੂ ਕੀਤਾ। ਮੈਂ ਤਾਂ ਇੰਨੀ ਗੱਲ ਕਹਿਣਾ ਚਾਹੁੰਦਾ। ਬਿਲਕੁਲ, ਤੁਸੀਂ ਬੜੇ ਸਾਫ਼ ਲਫ਼ਜ਼ਾਂ 'ਚ ਇਹ ਕਹਿਤਾ ਹੈ, ਜੇ ਮੈਂ ਇੱਕ ਲਾਈਨ 'ਚ ਕਹਾਂ ਕਿ ਲੋਕਾਂ ਦੀ ਉਮੀਦ ਵੱਡੇ ਬਦਲਾਅ ਦੀ ਸੀ, ਛੋਟੇ ਬਦਲਾਅ ਨਾਲ ਨਹੀਂ ਸਰਨਾ। ਦੂਜੇ ਬੰਨੇ ਬਦਲਾਅ ਹੁੰਦਾ ਦਿਸਦਾ ਨਹੀਂ। ਉਹ ਕਹਿੰਦੇ ਆ ਫੈਸਲਾ ਕੁਨ ਹੋਵੋ,
ਲੋਕ ਸਮਝਦੇ ਆ ਕਿ ਸਾਨੂੰ ਲੀਡਰਸ਼ਿਪ ਮਿਲੇ, ਜਿਹੜੀ ਲੀਡਰਸ਼ਿਪ ਟੋਟਲ ਕੁਰੀਤੀਆਂ ਦੇ ਖਿਲਾਫ ਲੱਕ ਬੰਨ ਕੇ ਖੜੋਤੀ ਨਜ਼ਰ ਆਵੇ ਤੇ ਉਹ ਕਿਸੇ ਤੋਂ ਵੀ ਡਰੇ ਨਾ। ਹੁਣ ਮੈਂ ਪ੍ਰੋਫੈਸਰ ਜੋਧਕਾ ਸਾਹਿਬ ਤੁਹਾਨੂੰ ਦੂਰੋਂ ਬੈਠ ਕੇ ਜਿਵੇਂ ਦਿਖਦਾ ਹੈ, ਕਿਉਂਕਿ ਦੂਰੋਂ ਬੜੀ ਤਰ੍ਹਾਂ ਦੀ ਵੱਖਰੀ ਤਸਵੀਰ ਦਿਸਦੀ ਹੁੰਦੀ, ਉਸ ਤਸਵੀਰ ਤੋਂ ਜਾਣੂ ਹੋਣਾ ਚਾਹੁੰਦਾ ਹੈ ਕਿ 5 ਮਹੀਨਿਆਂ ਦੇ ਵਿੱਚ ਪੁਰਾਣੇ ਬਨਿਸਬਤ ਪੁਰਾਣੇ ਰਜੀਮ ਤੁਸੀਂ ਕਿਵੇਂ ਇਹਨੂੰ ਦੇਖਿਆ? ਟ੍ਰੇਲਰ ਦੇਖ ਕੇ ਇਹਨਾਂ ਦਾ ਜ਼ਰੂਰ ਲੱਗਦਾ ਕਿ ਭਾਈ ਐਂਟਰਟੇਨਿੰਗ ਤੇ ਹੈਗੀ, ਇਹ ਮਨੋਰੰਜਨ ਤੇ ਕਰਨਗੇ ਸਾਡਾ ਸਾਰੇ। ਬਹੁਤ ਖੂਬਸੂਰਤ, ਹੁਣ ਤੱਕ ਦੀ ਸਭ ਤੋਂ ਵਧੀਆ ਟਿੱਪਣੀ। ਹਾਂਜੀ, ਐਂਟਰਟੇਨਿੰਗ ਤਾਂ ਹੈਗੀ, ਪਰ ਉਹ ਐਂਟਰਟੇਨਿੰਗ ਦਾ ਮਤਲਬ ਇਹ ਹੈਗਾ ਕਿ ਕਾਫੀ ਮਤਲਬ ਇੰਨਾ ਸੌਖਾ ਪ੍ਰਿਡਿਕਟ ਕਰਨਾ ਨਹੀਂ ਹੈਗਾ ਜਿਵੇਂ ਗੱਲਾਂ ਪਹਿਲੇ ਕੀਤੀਆਂ ਗਈਆਂ। ਉਹਦੇ ਦੋਨੋਂ ਸਾਈਡਾਂ ਹੈਗੀਆਂ, ਮਤਲਬ ਸਿਨੀਸਿਜ਼ਮ ਜ਼ਿਆਦਾ ਹੈਗਾ, ਨੈਚੁਰਲ ਵੀ ਹੈਗਾ ਸਿਨੀਸਿਜ਼ਮ ਸਾਡੇ ਵਾਸਤੇ, ਨਾ ਉਹ ਸੌਖਾ ਨਹੀਂ ਗਾ ਸਾਡੇ ਵਾਸਤੇ ਪੋਜ਼ਿਟਿਵਲੀ ਸੋਚਣਾ ਕਿਸੇ ਚੀਜ਼ ਦੇ ਬਾਰੇ। ਸਿਨੀਕਲ ਹੋਣਾ ਬੜਾ ਆਸਾਨ ਹੈ ਤੇ ਪੰਜਾਬੀਆਂ ਦੀ ਆਪਣੀ ਮਜਬੂਰੀ ਹੈਗੀ ਸਿਨੀਕਲ ਹੋਣਾ, ਤੇ ਮੈਨੂੰ ਲੱਗਦਾ ਸਿਨੀਕਲ ਹੋਣ ਦੇ ਫਾਇਦੇ ਵੀ ਹੈਗੇ। ਦੂਜੀ ਗੱਲ ਇਹ ਹੈਗੀ ਕਿ ਮੈਨੂੰ ਲੱਗਦਾ ਹੈਗੀ ਤਾਂ ਪੰਜਾਬ ਦੀ ਗੱਲ ਕਰ ਰਹੇ ਆਪਾਂ, ਕਿਉਂਕਿ ਆਪ ਦੀ ਗੱਲ ਕਰ ਰਹੇ ਹਾਂ ਇਸ ਵਾਸਤੇ ਇਹ ਇੱਕ ਨਵਾਂ ਮੋੜ ਹੈਗਾ ਨੈਸ਼ਨਲ ਪੋਲਿਟਿਕਸ ਵਿੱਚ ਵੀ, ਤੇ ਆਪਣੇ ਆਪ ਇੱਕ ਨਵੀਂ ਚੀਜ਼ ਹੈਗੀ, ਤੇ ਉਸ ਚੀਜ਼ ਨੂੰ ਸਾਹਮਣੇ ਰੱਖਣਾ ਪੈਣਾ ਕਿ ਆਪ ਦਾ ਪੰਜਾਬ ਹੈ ਜਿੰਨਾ ਪੰਜਾਬ ਦੇ ਵਾਸਤੇ ਅਹਿਮੀਅਤ ਰੱਖਦਾ ਹੈਗਾ ਤੇ ਨੈਸ਼ਨਲ ਪੋਲਿਟਿਕਸ ਦੇ ਵਾਸਤੇ ਵੀ ਇੱਕ ਬੜੀ ਅਹਿਮੀਅਤ ਰੱਖਦਾ ਹੈਗਾ। ਜਿਹੜੀ ਆਪ ਦੀ ਪੋਲਿਟਿਕਸ ਹੈਗੀ, ਨੈਸ਼ਨਲ ਪੋਲਿਟਿਕਸ ਹੈਗੀ, ਪੰਜਾਬ ਨੇ ਪਹਿਲੀ ਵਾਰੀ ਪੰਜਾਬ ਤੋਂ ਬਾਹਰ ਨਿਕਲ ਕੇ ਕੋਈ ਪਾਰਟੀ ਚੁਣੀ ਹੈਗੀ। ਕਾਂਗਰਸ ਪਾਰਟੀ ਜੋ ਵੀ ਹੋਵੇ, ਕਾਂਗਰਸ ਹਾਲਾਂਕਿ ਨੈਸ਼ਨਲ ਪਾਰਟੀ ਹੈ, ਲੇਕਿਨ ਕਾਂਗਰਸ ਪਾਰਟੀ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਉਹ ਪੰਜਾਬ ਤੋਂ ਨਿਕਲੀ। ਸਾਰਾ ਅਕਾਲੀ ਦਲ ਜਿਹੜਾ ਤੁਹਾਨੂੰ ਬਾਅਦ ਵਿੱਚ ਬਣਿਆ ਉਹ ਕਾਂਗਰਸ ਚੋਂ ਨਿਕਲਿਆ ਸੀਗਾ, ਤੇ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਪੁਰਾਣੇ ਟਾਈਮ ਤੋਂ ਚੱਲੀ ਆ ਰਹੀ ਹੈ, ਨੈਸ਼ਨਲਿਸਟ ਮੂਵਮੈਂਟ ਤੋਂ ਚੱਲੀ ਆ ਰਹੀ ਹੈ। ਉਹਨਾਂ ਦੀ ਇੱਕ ਕੰਟੀਨਿਊਟੀ ਸੀਗੀ, ਉਹਨਾਂ ਦੇ ਪੰਜਾਬ ਦੇ ਵਿੱਚ ਜੜ੍ਹਾਂ ਸੀਗੀਆਂ। ਇੱਕ ਪਾਰਟੀ ਜਿਹੜੀ ਹੈ ਕਿ ਬਿਲਕੁਲ ਦਿੱਲੀ ਦੀ ਗਵਰਨੈਂਸ ਪਾਰਟੀ, ਨਾ ਕੋਈ ਇਹਦੀ ਆਈਡੀਓਲੋਜੀ, ਨਾ ਕੋਈ ਇਹਦਾ ਬਹੁਤਾ ਲੰਬਾ ਚੌੜਾ ਕੋਈ ਮਿਸ਼ਨ, ਕਰਪਸ਼ਨ ਲੈ ਕੇ ਸ਼ੁਰੂ ਕਰਤੇ। ਉਹ ਕਰਪਸ਼ਨ ਵਾਲੇ ਲੋਕਪਾਲ ਅਜੇ ਤੱਕ ਨਹੀਂ ਬਣਿਆ, ਦਿੱਲੀ ਨੇ ਬਣਿਆ ਤਾਂ ਹੋਰ ਕਿੱਥੇ ਕੀ ਬਣੇਗਾ। ਇਸ ਪਾਰਟੀ ਦਾ ਅਜੇ ਕੋਈ ਆਪਣੀ ਕੋਈ ਹੋਂਦ ਨਹੀਂ ਹੈਗੀ, ਕੋਈ ਉਹਦੀਆਂ ਜੜ੍ਹਾਂ ਨਹੀਂ ਹੈਗੀਆਂ। ਠੀਕ ਹੈ, ਲੀਡਰਸ਼ਿਪ ਹੈਗੀ, ਹੈਗੇ, ਲੋਕਾਂ ਨੂੰ ਰਿਸਪੌਂਡ ਕਰ ਰਿਹਾ, ਜਿੱਤ ਵੀ ਰਿਹਾ, ਹਾਰ ਵੀ ਰਿਹਾ, ਪਰ ਇਹ ਕੋਈ ਆਪਣੇ ਆਪ ਵਿੱਚ ਕੋਈ ਨਵਾਂ ਐਕਸਪੈਰੀਮੈਂਟ ਹੈਗਾ। ਉਹ ਕਿਵੇਂ ਅਨਫੋਲਡ ਕਰਦਾ ਨੈਸ਼ਨਲ ਲੈਵਲ ਤੇ, ਉਹਦਾ ਅਸਰ ਪੰਜਾਬ ਤੇ ਵੀ ਹੋਏਗਾ। ਕਿਵੇਂ ਉਹ ਪੰਜਾਬ ਵਿੱਚ ਅਨਫੋਲਡ ਕਰਦਾ, ਉਹ ਨੈਸ਼ਨਲ ਲੈਵਲ ਦੀ ਪਾਰਟੀ ਦੀ ਇਮੇਜ ਵੀ ਬਣਾਏਗਾ। ਤੀਜੀ ਗੱਲ ਜਿਹੜੀ ਮੈਂ ਕਹਿਣਾ ਚਾਹਤਾ ਸੀਗਾ, ਜਿਵੇਂ ਗੱਲ ਹੋਈ ਹੈ ਆਪਣਾ ਪਹਿਲੇ ਗੱਲ ਕੀਤੀ ਸੀਗੀ, ਪੋਪੂਲਿਸਟ ਲੈਵਲ ਦੇ ਜਿਹੜੇ ਛੋਟੀਆਂ ਚੀਜ਼ਾਂ ਹੈਗੀਆਂ, ਆ ਦੇ ਦਿਓ, ਉਹ ਦੇ ਦਿਓ, ਖਾਲੀ ਬਿਜਲੀ ਦੇ ਦਿਓ ਤੇ ਪੈਨਸ਼ਨਾਂ ਦੇ ਦਿਓ, ਉਸ ਲੈਵਲ ਤੇ ਸਰਕਾਰ ਪੋਪੂਲਰ ਤਾਂ ਹੋ ਰਹੀ ਹੈ, ਹੋ ਸਕਦੀ ਹੋ ਰਹੀ ਹੋਏ, ਪਰ ਜਿਹੜੇ ਵੱਡੇ ਇਸ਼ੂ ਹੈਗੇ ਉਹਨਾਂ ਤੇ ਮੈਨੂੰ ਲੱਗਦਾ ਨਹੀਂ ਅਜੇ ਤੱਕ ਇਹਨਾਂ ਨੇ ਛੇੜਿਆ ਉਹਨਾਂ ਨੂੰ। ਜਿਵੇਂ ਪੰਜਾਬ ਦਾ ਜਿਹੜਾ ਕ੍ਰਾਈਸਿਸ ਹੈਗਾ, ਸਭ ਤੋਂ ਵੱਡਾ ਕ੍ਰਾਈਸਿਸ ਹੈ ਕਰਜ਼ਿਆਂ ਦਾ। ਪੰਜਾਬ ਦੀ 57% ਜਿਹੜੀ ਨੈਸ਼ਨਲ ਇਨਕਮ, ਸਟੇਟ ਦੀ ਇਨਕਮ ਟੈਕਸ ਦੀ, ਸਾਰੀ ਉਹਦੇ ਜਾ ਰਹੀ ਹੈ। ਉਸ ਨੂੰ ਲੈ ਕੇ ਅਜੇ ਤੱਕ ਸਾਹਮਣੇ ਸਾਡੇ ਕੋਈ ਨਹੀਂ ਆਇਆ। ਮੈਂ ਤਾਂ ਨਹੀਂ ਦੇਖਿਆ ਕੋਈ ਉਹਨਾਂ ਨੇ ਲੰਬੀ ਚੌੜੀ ਥਿੰਕਿੰਗ ਕੀਤੀ ਹੋਈ ਜਾਂ ਲੰਬਾ ਚੌੜਾ ਕੋਈ ਸਟਰਕਚਰਲ ਚੇਂਜ ਜਿਹੜਾ ਹੈ, ਲਾਅ ਐਂਡ ਆਰਡਰ ਦੀ ਗੱਲ ਕਰ ਰਹੇ ਸੀਗੇ, ਅਜੇ ਤੱਕ ਕੋਈ ਸਿਸਟਮ ਨਹੀਂ ਬਣਿਆ ਕਮਾਂਡ ਦਾ, ਬਿਊਰੋਕ੍ਰੇਸੀ ਕਿਵੇਂ ਰਿਸਪੌਂਡ ਕਰ ਰਹੀ ਆ। ਉਹ ਰਾਘਵ ਚੱਡੇ ਵਾਲਾ ਇਸ਼ੂ ਵਿੱਚੇ ਪਿਆ, ਤੁਸੀਂ ਵੀ ਅੱਜ ਡਿਸਕਸ ਕਰ ਰਹੇ ਸੀਗੇ। ਇਹ ਜਿਹੜੀਆਂ ਲੰਬੀਆਂ ਸਟਰਕਚਰਲ ਚੀਜ਼ਾਂ ਹੈਗੀਆਂ, ਸਰਕਾਰ ਦਾ ਢਾਂਚਾ ਕਿਵੇਂ ਬਣਾਉਣਾ, ਉਹਦੇ ਤੇ ਅਜੇ ਵੀ ਮੈਨੂੰ ਲੱਗਦਾ ਕਿ ਕਿਧਰੇ ਨਾ ਕਿਧਰੇ ਇਹ ਮਤਲਬ ਇਹਨਾਂ ਨੇ ਕੋਈ ਆਪਣਾ ਕਲਰ ਦਿਖਾਇਆ ਨਹੀਂ, ਕਿਹੜੇ ਸਾਈਡ ਤੇ ਜਾਣਗੇ। ਯੈਸ, ਕਰਪਸ਼ਨ ਨੂੰ ਲੈ ਕੇ ਗੱਲਾਂ ਕਰ ਰਹੇ ਆ ਤੇ ਚੰਗੀ ਗੱਲ ਹੈ, ਉਸ ਨੂੰ ਲੈ ਕੇ ਲੋਕੀ ਜਿਵੇਂ ਵੀ ਕੋਈ ਪੋਜ਼ਿਟਿਵ ਗੱਲ ਕਰਦੇ, ਲੋਕੀ ਪੋਜ਼ਿਟਿਵਲੀ ਰਿਸਪੌਂਡ ਕਰਦੇ ਆ। ਜੇ ਮਾੜੀ ਗੱਲ ਕਰਦੇ, ਉਹ ਗੁੱਸੇ ਵਾਲੇ ਦੀ ਗੱਲ ਹੋਈ ਸੀ, ਉਹ ਜਿਹੜਾ ਸੰਗਰੂਰ ਦੀ ਗੱਲ ਕੀਤੀ ਹੈ, ਉੱਥੇ ਲੋਕਾਂ ਨੇ ਰਿਸਪੌਂਡ ਇਮੀਡੀਏਟਲੀ ਕੀਤਾ, ਬਹੁਤਾ ਟਾਈਮ ਨਹੀਂ ਲਗਾਉਂਦੇ। ਚੌਥੀ ਗੱਲ ਜਿਹੜੀ ਸਭ ਤੋਂ ਵੱਡਾ ਅਹਿਮ ਜਿਹੜਾ ਚੈਲੰਜ ਹੈਗਾ ਲੀਡਰਸ਼ਿਪ ਦਾ। ਹੁਣ ਉਹ ਜਿਹੜੀ ਗੱਲ ਕਰ ਰਹੇ ਸੀ ਤੁਸੀਂ, ਜਿਹੜਾ ਚੀਫ ਮਿਨਿਸਟਰ ਹੈਗਾ, ਇੱਕ ਲੋਕਲ ਕਾਈਂਡ ਆਫ ਯੰਗ ਚੀਫ ਮਿਨਿਸਟਰ ਹੈਗਾ, ਪੰਜਾਬ ਦੀਆਂ ਸਮੱਸਿਆਵਾਂ ਨੂੰ ਸਮਝਦਾ ਹੈਗਾ ਤੇ ਸਿਆਣਾ ਵੀ ਲੱਗਦਾ। ਇਹ ਨੈਗੋਸ਼ੀਏਟ ਕਰ ਰਿਹਾ ਦਿੱਲੀ ਦੇ ਨਾਲ, ਇਹ ਨਹੀਂ ਕਿ ਨੈਗੋਸ਼ੀਏਟ ਨਹੀਂ ਕਰ ਰਿਹਾ, ਜਿਹੜੇ ਹਿਸਾਬ ਨਾਲ ਅਸੀਂ ਦੇਖਿਆ, ਔਰ ਬੜੇ ਸ਼ੁਰੂ ਤਰੀਕੇ ਨਾਲ ਕਰ ਰਿਹਾ। ਇੱਕਦਮ ਐਕਸਟ੍ਰੀਮਿਸਟ ਪੋਜੀਸ਼ਨ ਲੈਣ ਨਾਲ ਵੀ ਕੁਝ ਨਹੀਂ ਹੋਣਾ, ਪਰ ਤੁਸੀਂ ਆਪਣੀ ਆਟੋਨਮੀ ਬਣਾਉਣੀ ਹੈਗੀ। ਉਸੇ ਆਟੋਨਮੀ ਬਣਾਉਣ ਦੀ ਨੈਗੋਸ਼ੀਏਸ਼ਨ ਦੇ ਵਿੱਚ ਨੈਸ਼ਨਲ ਕ੍ਰਾਈਸਿਸ ਜਿਹੜਾ ਆਪ ਦਾ ਉਹ ਸੋਲਵ ਹੋਏਗਾ। ਇਹ ਡਿਪੈਂਡ ਕਰਦਾ ਦਿੱਲੀ ਦੀ ਲੀਡਰਸ਼ਿਪ ਤੇ ਕੀ ਕਰੇਗੀ। ਦਿੱਲੀ ਦੀ ਲੀਡਰਸ਼ਿਪ ਅਜੇ ਤੱਕ ਨਹੀਂ ਲੱਗਦਾ ਕਿ ਸਿਆਣੀ ਹੈਗੀ ਆ, ਉਹ ਚਾਹੇਗੀ ਕਿ ਪੰਜਾਬ ਨੂੰ ਆਟੋਨਮੀ ਦੇ ਦਿੱਤੀ ਜਾਏ। ਉਹਨਾਂ ਦਾ ਜਿਹੜਾ ਏਜੰਡਾ ਹੈਗਾ ਜਾਂ ਉਹਨਾਂ ਦਾ ਜਿਹੜਾ ਸੋਚਣ ਦਾ ਤਰੀਕਾ ਹੈਗਾ, ਉਹਦੇ ਵਿੱਚ ਕਿਧਰੇ ਫੈਡਰਲ ਮਾਡਲ ਨਹੀਂ ਹੈਗਾ। ਅਜੇ ਤੱਕ ਉਹਨਾਂ ਨੇ ਕੋਈ ਫੈਡਰਲ ਮਾਡਲ ਡਿਸਕਸ ਕਰਨਾ ਵੀ ਸ਼ੁਰੂ ਨਹੀਂ ਕੀਤਾ। ਅੱਜ ਤੱਕ ਮੈਂ ਸੁਣਿਆ ਕਿ ਆਪ ਨੇ ਕਿਹਾ ਵੀ ਪੰਜਾਬ ਇੰਡੀਆ ਦਾ ਜਿਹੜਾ ਫੈਡਰਲ ਸਟਰਕਚਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਤੇ ਉਹਦੇ ਵਿੱਚ ਪੰਜਾਬ ਨੂੰ ਤੁਸੀਂ ਕਿਵੇਂ ਰੱਖੋਗੇ। ਤੇ ਫਾਈਨਲੀ ਜਿਹੜੀ ਮੇਰੀ ਛੋਟੀ ਜਿਹੀ ਗੱਲ ਹੈਗੀ ਜੀ, ਪੰਜਾਬ ਦੇ ਜਿਹੜੇ 5 ਸਾਲਾਂ ਦੇ ਵਿੱਚ ਜਾਂ 4 ਸਾਲਾਂ ਦੇ ਵਿੱਚ ਜਿਹੜਾ ਆਲਟਰਨੇਟਿਵ ਪੋਲਿਟਿਕਸ ਕਿਵੇਂ ਨਿਕਲ ਕੇ ਆਉਂਦੀ ਆ। ਅਕਾਲੀ ਦਲ ਆਪਣੇ ਆਪ ਨੂੰ ਰਿਵਾਈਵ ਕਰ ਸਕਦਾ, ਨਹੀਂ ਕਰ ਸਕਦਾ। ਕਾਂਗਰਸ ਦਾ ਅਗੇਨ ਇੱਕ ਨੈਸ਼ਨਲ ਪਾਰਟੀ ਹੈਗੀ, ਨੈਸ਼ਨਲ ਲੈਵਲ ਤੇ ਕਾਂਗਰਸ ਦਾ ਕੀ ਹੁੰਦਾ ਜੇ ਉਹ ਰਿਵਾਈਵ ਕਰ ਜਾਂਦੀ ਹੈਗੀ। 2024 ਦੇ ਇਲੈਕਸ਼ਨ ਬੜੇ ਕ੍ਰਿਟੀਕਲ ਹੋਣਗੇ, ਉਸ ਦੇ ਟਾਈਮ ਤੇ ਕੁਝ ਵੀ ਹੋ ਸਕਦਾ। ਅਜੇ ਤੱਕ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਹਾਂ ਵੀ ਮੋਦੀ ਵਾਪਸ ਆ ਜਾਏਗਾ, ਬੀਜੇਪੀ ਵਾਪਸ ਆ ਜਾਏਗੀ। ਸਿਚੁਏਸ਼ਨ ਬੜੀ ਫਲੂਇਡ ਹੈਗੀ, ਲੋਕੀ ਦੇਖ ਰਹੇ ਆ, ਮਹਿੰਗਾਈ ਵੱਧ ਰਹੀ ਹੈਗੀ, ਹਾਲਾਤ ਜਿਹੜੇ ਆਮ ਲੋਕਾਂ ਦੇ ਬਹੁਤ ਮਾੜੇ ਹੈਗੇ। ਇੱਕ ਪ੍ਰੋਪੇਗੈਂਡਾ ਵੀ ਹੈਗਾ ਕਿ ਸਭ ਕੁਝ ਠੀਕ ਹੈਗਾ, ਉਹ ਪ੍ਰੋਪੇਗੈਂਡਾ ਦੇ ਅੰਦਰ ਲੋਕਾਂ ਦੀ ਜਿਹੜੀ ਆਪਣਾ ਐਕਸਪੀਰੀਅੰਸ ਹੈ ਉਹ ਬਹੁਤ ਬੜਾ ਵੱਖਰਾ ਹੈਗਾ।
ਸਿਚੁਏਸ਼ਨ ਜਿਵੇਂ ਤੁਸੀਂ ਬਿਲਕੁਲ ਕਿਹਾ ਕਿ ਅਜੇ ਓਪਨ ਹੈਗੀ, ਕਈ ਚੀਜ਼ਾਂ ਹੈਗੀਆਂ, ਲੋਕੀ ਜੱਜ ਕਰ ਰਿਹਾ। ਪੰਜਾਬ ਦਾ ਵੋਟਰ ਬੜਾ ਕ੍ਰਿਟੀਕਲ ਹੈਗਾ, ਬੜਾ ਸਿਆਣਾ ਹੈਗਾ ਤੇ ਬੜਾ ਬੇਚੈਨ ਹੈਗਾ। ਇਹ ਸਾਰੀਆਂ ਚੀਜ਼ਾਂ ਮਿਲਾ ਕੇ ਜਿਹੜੀ ਹੈਗੀਆਂ ਉਹ ਸਰਕਾਰ ਨੂੰ ਪਰਫਾਰਮ ਕਰਨਾ ਪੈਣਾ। ਤੇ ਪਰਫਾਰਮ ਸਿਰਫ ਆਟੇ ਦਾਲ ਦੀ ਸਕੀਮ ਦੇ ਨਾਲ ਪਰਫਾਰਮੈਂਸ ਨਹੀਂ ਹੋਣੀ, ਉਹਨਾਂ ਨੇ ਦੇਖਣਾ, ਕਿਉਂਕਿ ਉਹਨਾਂ ਤੇ ਅਸਰ ਪਏਗਾ ਕਿ ਤੁਹਾਡਾ 60% ਜਿਹੜਾ ਤੁਹਾਡਾ ਬਜਟ ਹੈ ਉਸ 'ਚ ਹੀ ਚਲਾ ਜਾਂਦਾ ਹੈ। ਤੇ ਉਸ ਤੋਂ ਬਾਅਦ ਬਚੇਗਾ ਕਿ ਤੁਹਾਡੇ ਲੋਕਾਂ ਦੇ ਵੈਲਫੇਅਰ ਦੇ ਕਰਨ ਵਾਸਤੇ ਤੁਹਾਡਾ ਕੋਈ ਵਿਜ਼ਨ ਨਹੀਂ ਹੈਗਾ। ਲੋਕਾਂ ਦੀ ਆਈਡੈਂਟੀਟੀ ਦੇ ਇਸ਼ੂਜ਼ ਹੈ, ਕ੍ਰਾਈਸਿਸ ਹੈਗੇ, ਡਰੱਗਸ ਦੀ ਗੱਲਾਂ ਹੁੰਦੀਆਂ ਸੀਗੀਆਂ, ਯੂਥ ਦੀਆਂ ਪ੍ਰੋਬਲਮਸ ਹੈਗੀਆਂ। ਇਹ ਕੋਈ ਛੋਟੀਆਂ-ਮੋਟੀਆਂ ਪ੍ਰੋਬਲਮ ਨਹੀਂ ਹੈਗੀਆਂ, ਇਹਨਾਂ ਦੇ ਵਾਸਤੇ ਲੌਂਗ ਟਰਮ ਵਿਜ਼ਨ ਚਾਹੀਦਾ ਤੇ ਸਿੰਸੀਅਰ ਕਮਿਟਡ ਵਿਜ਼ਨ ਚਾਹੀਦਾ। ਪੋਸੀਬਲ ਹੈਗਾ, ਨਾਟ ਸੇਇੰਗ ਦੈਟ ਦਿਸ ਇਜ਼ ਨਾਟ ਪੋਸੀਬਲ ਇਨ ਦਿਸ ਗਵਰਨਮੈਂਟ, ਪਰ ਉਹਦੇ ਵਾਸਤੇ ਇਹਨਾਂ ਨੂੰ ਜੱਦੋ-ਜਹਿਦ ਜਿਸ ਤਰ੍ਹਾਂ ਕਰਨੀ ਚਾਹੀਦੀ ਹੈ। ਪੰਥਕ ਇਸ਼ੂ ਵੀ ਬੜੇ ਇੰਪੋਰਟੈਂਟ ਇਸ਼ੂਜ਼ ਹੈਗੇ, ਉਹ ਨਿਕਲ ਕੇ ਆਣਗੇ, ਉਹ ਆ ਰਹੇ ਨੇ ਕਿਸੇ ਨਾ ਕਿਸੇ ਤਰੀਕੇ। ਉਹਨਾਂ ਨੂੰ ਤੁਸੀਂ ਸਾਈਡ ਲਾਈਨ ਨਹੀਂ ਕਰ ਸਕਦੇ। ਲੋਕਾਂ ਦੇ ਵਿਰੋਧ ਹੈਗਾ ਕਿ ਅਜੇ ਤੱਕ ਉਹ ਗੱਲਾਂ ਨਹੀਂ ਕਰਨੀਆਂ ਸ਼ੁਰੂ ਕੀਤੀਆਂ ਨੇ। ਜਿਹੜੇ ਪੰਥਕ ਇਸ਼ੂ ਸੀਗੇ, ਬੇਅਦਬੀਆਂ ਦੇ ਇਸ਼ੂ ਸੀਗੇ, ਔਖੇ ਨੇ ਪਰ ਕਰਨੇ ਤਾਂ ਪੈਣੇ ਜੇ ਇਹਨਾਂ ਨੇ ਆਪਣੇ ਆਪ ਨੂੰ ਕੋਈ ਆਈਡੈਂਟੀਟੀ ਬਣਾਣੀ ਹੈ। ਨਹੀਂ ਤਾਂ ਠੀਕ ਹੈ, 4 ਦਿਨ ਦੇ ਵਾਸਤੇ ਤੁਸੀਂ ਸਰਕਾਰ ਚਲਾ ਲਓ, ਉਸ ਤੋਂ ਬਾਅਦ ਹੀ ਹੋਰ ਦੇਖ ਲਾਂਗੇ ਕਿੱਥੇ ਅੱਗੇ। ਬਿਹਤਰੀਨ ਬਿਹਤਰੀਨ, ਤੁਸੀਂ ਬਹੁਤ ਸੋਹਣਾ ਇਹਦਾ ਮੁਲਾਂਕਣ ਕੀਤਾ ਹੈ। ਨੋ ਡਾਊਟ ਕਿ ਅਗਲੇ 4 ਸਾਲ ਜਾਂ 4.25 ਸਾਲ, ਮੁੜ ਕੇ ਇਲੈਕਸ਼ਨ ਦੇ ਵੀ 4 ਮਹੀਨੇ ਮਗਰਲੇ ਹੁੰਦੇ ਆ, 6 ਮਹੀਨੇ ਤੱਕ ਤਾਂ ਤਿਆਰੀ ਸ਼ੁਰੂ ਹੋ ਜਾਂਦੀ ਹੈ। ਸੋ 4 ਸਾਲ ਤੁਸੀਂ ਮੰਨ ਕੇ ਚੱਲੋ ਕਿ 4 ਸਾਲਾਂ 'ਚ ਇਹ ਵੀ ਨਿਰਭਰ ਕਰੂਗਾ ਕਿ ਬੀਜੇਪੀ ਪੰਜਾਬ ਦੇ ਵਿੱਚ ਆਪਣੇ ਪੈਰ ਕਿੰਨੇ ਪਸਾਰਦੀ ਆ, ਕਾਂਗਰਸ ਕਿੱਦਾਂ ਆਪਣੇ ਆਪ ਨੂੰ ਸਮੇਟਦੀ ਆ, ਔਰ ਅਕਾਲੀ ਦਲ ਕਿਵੇਂ ਆਪਣੇ ਆਪ ਨੂੰ ਲੋਕਾਂ 'ਚ ਪ੍ਰਵਾਨਗੀ ਲਈ ਅੱਗੇ ਵਧਾਉਂਦਾ। ਪ੍ਰੋਫੈਸਰ ਜਮਸ਼ੀਦ ਅਲੀ ਖਾਨ, ਮੈਨੂੰ ਜ਼ਰੂਰ ਦੱਸਿਓ, ਅਕਾਲੀ ਪੋਲਿਟਿਕਸ ਤੇ ਤੁਸੀਂ ਲਿਖਿਆ ਪੜ੍ਹਿਆ ਬਹੁਤ ਆ, ਔਰ ਜਦੋਂ ਸੁਖਬੀਰ ਸਿੰਘ ਬਾਦਲ ਹੁੱਬ ਕੇ 13 ਨਕਾਤੀ ਪ੍ਰੋਗਰਾਮ ਪੇਸ਼ ਕਰਦਿਆਂ ਮਾਣ ਜਿਹਾ ਮਹਿਸੂਸ ਕਰਦੇ ਆ, ਇੱਕ ਆਤਮ ਵਿਸ਼ਵਾਸੀ ਲੱਗਦੇ ਆ, ਤੇ ਉਹ 13 ਪੁਆਇੰਟ ਕੀ ਸੱਤਾ ਦੀ ਘੋੜੀ ਚੜਾ ਦੇਣਗੇ ਅਕਾਲੀ ਦਲ ਨੂੰ, ਲੋਕ ਮਨਾਂ ਦੇ ਵਿੱਚ ਪ੍ਰਵਾਨ ਕਰਾ ਦੇਣਗੇ ਅਕਾਲੀ ਦਲ ਨੂੰ, ਤੇ ਫਿਰ ਉਹ ਆਪਣੇ ਮੌਜੂਦਾ ਦੌਰ 'ਚ ਉੱਭਰ ਪਾਏਗਾ। ਰੰਧਾਵਾ ਸਾਹਿਬ ਦੇਖੋ, 2017 ਤੋਂ ਲੈ ਕੇ ਹੁਣ ਤੱਕ ਅਕਾਲੀ ਦਲ ਬਹੁਤ ਡਾਊਨ ਆਇਆ, ਆਪਾਂ ਨੂੰ ਪਤਾ ਹੈ। 2017 ਦੀਆਂ ਇਲੈਕਸ਼ਨ ਦੇ ਵਿੱਚ, 2019 ਦੀਆਂ ਇਲੈਕਸ਼ਨ ਦੇ ਵਿੱਚ ਤੇ 2022 ਦੀਆਂ ਇਲੈਕਸ਼ਨ ਦੇ ਵਿੱਚ ਤਾਂ ਬਿਲਕੁਲ ਹੀ ਮਾਰਜਨਲਾਈਜ਼ ਹੋ ਗਿਆ, ਸਿਰਫ 3 ਸੀਟਾਂ ਹੀ ਰਹਿ ਗਈਆਂ। ਤੇ ਅਕਾਲੀ ਦਲ ਦੇ ਵਿੱਚ ਬੜੇ ਜ਼ਬਰਦਸਤ ਲੈਵਲ ਤੇ ਮੰਥਨ ਚੱਲ ਰਿਹਾ ਸੀ ਕਿ ਇਹਨੂੰ ਦੁਬਾਰਾ ਕਿਵੇਂ ਪੁਨਰ ਸੁਰਜੀਤ ਕੀਤਾ ਜਾ ਸਕਦਾ ਹੈ। ਉਹਦੇ ਵਾਸਤੇ ਝੁੰਦਾ ਕਮੇਟੀ ਬਣੀ, ਔਰ ਝੁੰਦਾ ਕਮੇਟੀ ਦੀਆਂ ਜਿਹੜੀਆਂ ਰਿਕਮੈਂਡੇਸ਼ਨਸ ਹੈਗੀਆਂ ਉਹ ਕੋਰ ਕਮੇਟੀ ਦੇ ਵਿੱਚ ਡਿਸਕਸ ਹੋਈਆਂ। ਉਹਦੇ ਆਧਾਰ ਤੇ ਇੱਕ 13 ਨੁਕਾਤੀ ਪ੍ਰੋਗਰਾਮ ਸਾਹਮਣੇ ਆਇਆ ਹੈ, ਜਿਹਦੇ ਰਾਹੀਂ ਅਕਾਲੀ ਦਲ ਨੂੰ ਰਿਵਾਈਵ ਕਰਨ ਦੀ ਜਿਹੜੀ ਗੱਲ ਕੀਤੀ ਗਈ ਹੈ। ਜਿਹੜਾ ਇਹ 13 ਨੁਕਾਤੀ ਪ੍ਰੋਗਰਾਮ ਹੈ, ਆਪਾਂ ਜੇ ਸਾਰੇ ਦੇ ਸਾਰੇ ਇਹਦੇ 13 ਪੁਆਇੰਟ ਦੇਖ ਲਈਏ, ਦਰਅਸਲ ਅਕਾਲੀ ਦਲ ਦੀ ਪ੍ਰੋਬਲਮ ਕੀ ਸੀ, ਰਿਵਾਈਵ ਕਿਉਂ ਨਹੀਂ ਹੋ ਰਿਹਾ, ਉਹਦੇ ਵਿੱਚ ਇੱਕ ਤਾਂ ਗੱਲ ਹੈ ਕਿ ਵੱਡੇ ਪੱਧਰ ਤੇ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਚੇਂਜਸ ਦੀ ਜ਼ਰੂਰਤ ਹੈ। ਦੂਸਰੀ ਗੱਲ ਜਿਹੜੀ ਵਿਚਾਰਧਾਰਾ ਤੇ ਆਧਾਰਿਤ ਹੈ ਕਿ ਅਕਾਲੀ ਦਲ ਜਿਵੇਂ ਆਪਣੀ ਵਿਚਾਰਧਾਰਾ ਤੋਂ ਥਿੜਕ ਗਿਆ ਸੀ, ਹੁਣ ਕਿਵੇਂ ਉਸ ਲਾਈਨ ਤੇ ਦੁਬਾਰਾ ਆ ਸਕਦਾ ਹੈ। ਇਹਨਾਂ ਦੋਨਾਂ ਚੀਜ਼ਾਂ ਦੇ ਬਾਰੇ ਇਹਨਾਂ 13 ਪੁਆਇੰਟਾਂ ਦੇ ਵਿੱਚ ਕੋਈ ਗੱਲ ਨਹੀਂ ਕੀਤੀ ਗਈ। ਫਾਰ ਐਗਜ਼ਾਮਪਲ, ਜਦ ਅਸੀਂ ਲੀਡਰਸ਼ਿਪ ਚੇਂਜ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਪ੍ਰਧਾਨਗੀ ਦੀ, ਕਿਉਂਕਿ ਲੋਕਾਂ ਦੇ ਵਿੱਚ ਇਹ ਆਮ ਗੱਲ ਹੈ ਕਿ ਜਦ ਤੱਕ ਅਕਾਲੀ ਦਲ ਦਾ ਕੁਝ ਨਹੀਂ ਬਣਨਾ, ਜਦ ਤੱਕ ਸਿਖਰ ਦੀ ਲੀਡਰਸ਼ਿਪ ਦੇ ਵਿੱਚ ਚੇਂਜਸ ਨਹੀਂ ਹੁੰਦੀਆਂ। ਹੁਣ ਜੇ ਪ੍ਰਧਾਨਗੀ ਦੇ ਵਿੱਚ ਚੇਂਜ ਨਹੀਂ ਹੁੰਦੀ, ਟੌਪ ਦੀ ਲੀਡਰਸ਼ਿਪ ਦੇ ਵਿੱਚ ਚੇਂਜ ਨਹੀਂ ਹੁੰਦੀ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਲੋਕਾਂ ਦੇ ਵਿੱਚ ਦੁਬਾਰਾ ਆਪਣੀ ਸਾਖ ਬਣਾ ਸਕੇਗਾ। ਦੂਸਰੀ ਗੱਲ ਹੈਗੀ ਜਿਹੜੀ, ਉਹ ਹੈ ਵਿਚਾਰਧਾਰਾ ਦੇ ਲੈਵਲ ਤੇ, ਕਿਉਂਕਿ ਆਪਾਂ ਪਿਛਲੇ ਅਕਾਲੀ ਦਲ ਦੀ ਗੱਲ ਕਰੀਏ, ਪਿਛਲੇ ਸਮੇਂ ਦੀ, ਅਕਾਲੀ ਦਲ ਜਿਹੜਾ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਵਿਚਾਰਧਾਰਾ ਤੇ ਆਧਾਰਿਤ ਸੀ, ਫਿਰ ਉਸ ਤੋਂ ਬਾਅਦ ਪੰਜਾਬੀਅਤ ਦੀ ਵਿਚਾਰਧਾਰਾ ਆ ਗਈ। ਲੇਕਿਨ ਇਹਨਾਂ 13 ਦੇ 13 ਨੁਕਾਤੀ ਪ੍ਰੋਗਰਾਮਾਂ ਦੇ ਵਿੱਚ ਇਹ ਕਿਧਰੇ ਨਹੀਂ ਗੱਲ ਕੀਤੀ ਗਈ ਕਿ ਹੁਣ ਅਕਾਲੀ ਦਲ ਜਿਹੜੀ ਪੁਰਾਣੀ ਵਿਚਾਰਧਾਰਾ ਹੈ ਉਹਦੇ ਨਾਲ ਆਪਣੇ ਆਪ ਨੂੰ ਕਿਵੇਂ ਜੋੜੇਗਾ। ਇੱਕ ਟਿਕਟਾਂ ਦੀ ਡਿਸਟ੍ਰੀਬਿਊਸ਼ਨ ਦੀ ਜ਼ਰੂਰ ਗੱਲ ਕੀਤੀ ਗਈ ਹੈ ਕਿ 1 ਫੈਮਿਲੀ 1 ਇਲੈਕਸ਼ਨ 1 ਟਿਕਟ। ਹੁਣ ਜਿਹੜਾ ਯੂਨਿਟ ਫੈਮਿਲੀ ਦਾ ਕਿਹਨੂੰ ਮੰਨਣਾ ਹੈ? ਫਾਰ ਐਗਜ਼ਾਮਪਲ, ਬਾਦਲ ਫੈਮਿਲੀ ਦੇ ਵਿੱਚ ਕੈਰੋਂ ਫੈਮਿਲੀ ਵੀ ਆ ਜਾਂਦੀ ਹੈ, ਮਜੀਠੀਆ ਫੈਮਿਲੀ ਵੀ ਆ ਜਾਂਦੀ ਹੈ, ਬਾਦਲ ਫੈਮਿਲੀ ਵੀ ਆ ਜਾਂਦੀ ਹੈ, ਹੋਰ 2-3 ਫੈਮਿਲੀ ਆ ਜਾਂਦੀਆਂ ਨੇ। ਕੀ ਉਹਨਾਂ ਨੂੰ ਇੱਕ ਯੂਨਿਟ ਮੰਨਣਾ ਹੈ? ਉਹ ਗੱਲ ਕੀਤੀ ਗਈ ਹੈ ਘੱਟੋ ਘੱਟ 50%
ਉਹ 50 ਸਾਲ ਤੋਂ ਘੱਟ ਉਮਰ ਦੇ ਅਤੇ ਲੇਡੀਜ਼ ਨੂੰ ਦਿੱਤੀਆਂ ਜਾਣਗੀਆਂ। 2007 ਦੇ ਵਿੱਚ ਜਿਹੜੇ 50 ਸਾਲ ਤੋਂ ਘੱਟ ਤੇ ਲੇਡੀਜ਼ ਦੀ ਰਿਪਰੈਜ਼ੈਂਟੇਸ਼ਨ ਹੈ ਉਹ 94 ਦੇ ਵਿੱਚੋਂ 35 ਸੀਟਾਂ ਇਹਨਾਂ ਨੂੰ ਦਿੱਤੀਆਂ ਗਈਆਂ ਸੀ। ਫਿਰ 2012 ਦੇ ਵਿੱਚ 36 ਦਿੱਤੀਆਂ, 2017 ਦੇ ਵਿੱਚ ਘਟ ਕੇ 28 ਰਹਿ ਗਈਆਂ ਤੇ 2022 ਦੇ ਵਿੱਚ 25। ਔਰ ਇਹਦੇ ਵਿੱਚ ਵੀ ਇੱਕ ਬੜੀ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੇ ਇਹ 50 ਸਾਲ ਤੋਂ ਘੱਟ ਵਾਲੇ ਤੇ ਲੇਡੀਜ਼ ਵਾਲੀ ਕੈਟੇਗਰੀ ਹੈ ਉਹਦੇ ਵਿੱਚ ਮੈਕਸਿਮਮ ਨੰਬਰ ਜਿਹੜਾ ਹੈ ਉਹ ਬੜੇ ਬੜੇ ਲੀਡਰਾਂ ਦੇ ਰਿਸ਼ਤੇਦਾਰਾਂ ਦਾ, ਚਾਹੇ 50 ਸਾਲ ਤੋਂ ਘੱਟ ਵਾਲੇ ਕਾਕਿਆਂ ਦੀ ਗੱਲ ਕਰ ਲਈਏ, ਚਾਹੇ ਆਪਾਂ ਲੇਡੀਜ਼ ਦੀ ਗੱਲ ਕਰ ਲਈਏ। ਇਹਦੇ ਵਿੱਚ ਜਿਹੜੇ ਮਹੱਤਵਪੂਰਨ ਇੰਪੋਰਟੈਂਟ ਸਿਆਸਤਦਾਨ ਹੈਗੇ ਉਹਨਾਂ ਅਕਾਲੀ ਦਲ ਦਾ। ਹੁਣ ਇਹਦੇ ਵਿੱਚ ਕੋਈ ਸੁਧਾਰ ਹੁੰਦਾ ਕਿ ਨਹੀਂ ਹੁੰਦਾ? ਇੱਕ ਗੱਲ ਹੋਰ ਬੜੀ ਖੂਬਸੂਰਤ ਮੈਂ ਤੁਹਾਨੂੰ ਦੱਸਾਂ ਕਿ ਇਹ 4 ਇਲੈਕਸ਼ਨਾਂ ਜਾਂ ਪਹਿਲਾਂ ਦੀ ਵੀ ਗੱਲ ਕਰ ਲਓ ਕਿ ਮਾਝਾ ਜਿਹੜਾ ਸਾਡਾ ਰੀਜਨ ਹੈ ਬੜਾ ਇੰਪੋਰਟੈਂਟ ਰੀਜਨ ਹੈ। ਮਾਝੇ ਦੇ ਵਿੱਚੋਂ 2022 ਨੂੰ ਛੱਡ ਕੇ, ਕਿਉਂਕਿ 2022 ਦੇ ਵਿੱਚ ਮਜੀਠਾ ਤੋਂ ਗੁਰਨੀਤ ਕੌਰ ਨੂੰ ਇਲੈਕਸ਼ਨ ਦਿੱਤੀ ਗਈ, ਟਿਕਟ ਦਿੱਤੀ ਗਈ, ਜਿਹੜੀ ਵਿਕਰਮ ਸਿੰਘ ਮਜੀਠੀਏ ਦੇ ਧਰਮ ਪਤਨੀ ਹੈਗੇ। ਔਰ ਪਿਛਲੇ ਤਕਰੀਬਨ 25-30 ਸਾਲ ਤੋਂ ਮਾਝੇ ਤੋਂ ਕਿਸੇ ਫੀਮੇਲ ਨੂੰ ਟਿਕਟ ਨਹੀਂ ਦਿੱਤੀ ਗਈ। ਇਹ ਬੜੀ ਅਜੀਬ ਜੀ ਗੱਲ ਹੈ ਕਿ ਮਾਝੇ ਦੇ ਵਿੱਚੋਂ ਕਿਸੇ ਫੀਮੇਲ ਨੂੰ ਟਿਕਟ ਹੀ ਨਹੀਂ ਦਿੱਤੀ ਗਈ, ਇੱਕ 2022 ਨੂੰ ਛੱਡ ਕੇ ਇੱਕ ਟਿਕਟ ਨੂੰ। ਤਾਂ ਇਹ ਸੁਧਾਰ ਕਰਨਾ ਕਿ ਨਹੀਂ ਕਰਨਾ? ਜੇ ਇਸ ਤਰ੍ਹਾਂ ਦੀਆਂ ਚੇਂਜਸ ਹੈਗੀਆਂ ਤਾਂ ਮੈਨੂੰ ਲੱਗਦਾ ਇਹਦੇ ਨਾਲ ਕੁਝ ਨਹੀਂ ਬਣਨ ਵਾਲਾ। ਮੇਰੇ ਹਿਸਾਬ ਨਾਲ ਜਿਹੜਾ 13 ਨੁਕਾਤੀ ਪ੍ਰੋਗਰਾਮ ਹੈ ਉਹਦੇ ਨਾਲ ਅਕਾਲੀ ਦਲ ਦੀ ਸਾਖ ਕੋਈ ਜ਼ਿਆਦਾ ਸੁਧਰਨ ਦੀ ਉਮੀਦ ਨਹੀਂ ਹੈ। ਦਰਅਸਲ 2 ਚੀਜ਼ਾਂ ਤੇ ਫੋਕਸ ਕਰਨਾ ਚਾਹੀਦਾ, ਇੱਕ ਤਾਂ ਵੱਡੇ ਪੱਧਰ ਤੇ ਲੀਡਰਸ਼ਿਪ ਚੇਂਜਸ ਤੇ ਦੂਸਰਾ ਜਿਹੜਾ ਵੱਡੇ ਪੱਧਰ ਤੇ ਵਿਚਾਰਧਾਰਕ ਚੇਂਜ ਅਕਾਲੀ ਦਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਹੀ ਇਹਦਾ ਕੁਝ ਸਮਝ ਸਕਦਾ ਮੇਰੇ ਹਿਸਾਬ ਨਾਲ। ਮਿਹਰਬਾਨੀ। ਮੈਂ ਪ੍ਰੋਫੈਸਰ ਬਲਕਾਰ ਸਿੰਘ ਜੀ 2 ਗੱਲਾਂ ਪ੍ਰੋਫੈਸਰ ਖਾਨ ਸਾਹਿਬ ਦੀਆਂ ਤੁਹਾਡੇ ਨਾਲ ਅੱਗੇ ਵਧਾਉਣੀਆਂ ਨੇ। ਇੱਕ ਤਾਂ ਇਹਨਾਂ ਨੇ ਕਿਹਾ ਵੀ ਉਹ 10 ਸਾਲ ਵਾਲੀ ਗੱਲ ਸੁਖਬੀਰ ਸਿੰਘ ਬਾਦਲ ਤੇ ਲਾਗੂ ਹੋਏਗੀ ਕਿ ਨਹੀਂ, ਕਿਉਂਕਿ ਉਹ 2008 ਤੋਂ ਚੱਲੇ ਆਉਂਦੇ। ਉਹਨਾਂ ਉਦੋਂ ਹੀ ਸਾਫ਼ ਕਰਤਾ ਸੀ। ਉਹਨਾਂ ਪੁੱਛਿਆ ਸੀ ਪਿਛਾਂ ਮੁੜ ਕੇ ਜਦੋਂ ਪ੍ਰੈਸ ਕਾਨਫਰੰਸ ਕਰ ਰਹੇ ਵੀ ਆਪਣੇ ਹੁਣ ਕਿੰਨੇ ਕੁ ਸਾਲ ਰਹਿ ਗਏ? ਉਹ ਕਹਿੰਦੇ ਜੀ 1 ਅੱਧਾ ਸਾਲ ਰਹਿ ਗਿਆ। ਕਹਿੰਦੇ ਜੀ ਇਹਦਾ ਮਤਲਬ ਆਪਾਂ ਅਗਲੀਆਂ 2 ਟਰਮਸ ਲਈ ਜਿਵੇਂ ਮੈਂ ਆ ਤੇ ਇਸ ਤੋਂ ਬਾਅਦ ਮੈਂ ਨਹੀਂ ਹੋਊਂਗਾ। 10 ਸਾਲ ਉਹਨਾਂ ਆਪਣੇ ਸੁਰੱਖਿਅਤ ਕਰ ਲਏ। ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਅਨੰਦਪੁਰ ਸਾਹਿਬ ਦੇ ਮਤੇ ਦੀ, ਉਹਨਾਂ ਨੇ ਉਸ ਦਿਨ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਵੀ ਆਪਾਂ ਤੇ ਫੈਡਰਲ ਢਾਂਚੇ ਲਈ ਲੜਦੇ ਰਹੇ ਆ, ਅਨੰਦਪੁਰ ਦਾ ਮਤਾ ਸਾਡਾ ਇਹੀ ਕੁਝ ਆ, ਲੇਕਿਨ ਉਹ ਉਹਨੂੰ ਅੱਗੇ ਵਧਾਉਣਗੇ ਕਿ ਨਹੀਂ ਇਹਦੇ ਉੱਤੇ ਉਹਨਾਂ ਹਾਮੀ ਨਹੀਂ ਭਰੀ। ਦੇਖੋ ਜਿਹੜਾ ਖਾਨ ਸਾਹਿਬ ਨੇ ਇੱਕ ਪੋਲੀਟੀਕਲ ਸਾਇੰਟਿਸਟ ਦੇ ਤੌਰ ਤੇ ਉਹ ਸਾਰਾ ਐਨਾਲਿਸਿਸ ਕਰ ਦਿੱਤਾ ਹੈ ਤੇ ਨਤੀਜਾ ਵੀ ਇਹ ਕੱਢਤਾ ਵੀ 13 ਦਾ ਕੋਈ ਫਾਇਦਾ ਨਹੀਂ ਹੋਣਾ। ਉਹਦਾ ਫਾਇਦਾ ਨਾ ਹੋਣ ਦਾ ਕਾਰਨ ਉਹ ਹੀ ਹੈ ਜਿਹੜਾ ਤੁਸੀਂ ਅਖੀਰ ਤੇ ਪੁੱਛਿਆ ਵੀ ਪਬਲਿਕ ਜਾ ਕੇ ਕੀ ਹੋਏਗਾ। ਕਿਉਂਕਿ 13 ਨੁਕਤਾ ਨਹੀਂ ਵੀ 11 ਬਣਾ ਸਕਦੇ ਸੀ, 15 ਬਣਾ ਸਕਦੇ ਸੀ, ਪਰ 13 ਕਿਉਂ ਬਣਾਏ? ਕਿਉਂਕਿ 13 ਗੁਰੂ ਨਾਨਕ ਦੇਵ ਦਾ ਪਵਿੱਤਰ ਲਫ਼ਜ਼ ਹੈ। ਉਹ ਇਹਦੇ ਆਸਰੇ ਚੱਲਦੇ ਉਸੇ ਤਰ੍ਹਾਂ ਹੀ ਜਿਵੇਂ ਬਾਦਲ ਦੇ ਟਨਿਓਰ ਵਿੱਚ ਤਕੜੀ ਆਸਰੇ ਚੱਲਦੇ ਰਹੇ। ਪੰਥਕ ਹੋਣ ਦੀ ਲੋੜ ਹੀ ਨਹੀਂ, ਤਕੜੀ ਕਾਫੀ ਹੈ ਕਿਉਂਕਿ ਗੁਰੂ ਨਾਨਕ ਦੀ ਤਕੜੀ ਹੈ। ਇਵੇਂ ਗੁਰੂ ਨਾਨਕ ਦਾ 13 ਇਹ ਜਿਹੜੀਆਂ ਗੱਲਾਂ ਨੇ ਇਹਨਾਂ ਨਾਲ ਕੁਛ ਨਹੀਂ ਹੋਣਾ। ਮੈਂ ਸਮਝਦਾ ਇਹ ਹਾਂ ਕਿ ਜਿਹੜੀ ਗੱਲ ਖਾਨ ਸਾਹਿਬ ਕਹਿ ਰਹੇ ਨੇ ਪੰਥਕਤਾ ਜਿਹੜੀ ਹੈ ਉਹ ਹੋ ਰਹੀ ਹੈ। ਮੈਂ ਲਗਾਤਾਰ ਇਹ ਗੱਲ ਕਹਿ ਰਿਹਾ ਔਰ ਮੈਂ ਹਮਦਰਦੀ ਨਾਲ ਕਹਿ ਰਿਹਾ, ਅੰਦਰੋਂ ਕਹਿ ਰਿਹਾ, ਪੂਰੀ ਦਰਦ ਨਾਲ ਕਹਿ ਰਿਹਾ ਕਿ ਇਸ ਵੇਲੇ ਦੀ ਸਾਰੀ ਲੀਡਰਸ਼ਿਪ ਵਿੱਚੋਂ ਪੰਥਕਤਾ ਮਾਈਨਸ ਹੈ। ਹੁਣ ਇਹਨਾਂ ਨੇ ਜਦੋਂ ਐਲਾਨ ਕੀਤਾ ਤਾਂ ਕਿਹਾ ਵੀ ਸਿੱਖ ਸਟੂਡੈਂਟ ਫੈਡਰੇਸ਼ਨ ਮਤਲਬ ਦੁਆਰਾ ਬਹਾਲ ਸੁਰਜੀਤ ਕਰਾਂਗੇ। ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਜੇ SOI ਨੇ ਸੁਰਜੀਤ ਰਹਿਣਾ ਹੈ, ਜਿਹਨੇ ਸਟੂਡੈਂਟ ਫੈਡਰੇਸ਼ਨ ਮਾਰੀ ਸੀ, ਤੇ ਫਿਰ ਸਟੂਡੈਂਟ ਫੈਡਰੇਸ਼ਨ ਸਰਵਾਈਵ ਕਿਵੇਂ ਕਰੇਗੀ? SOI ਤੇ ਕੁਛ ਲੱਗਦਾ ਨਹੀਂ, ਉਹ 'ਚ ਲੱਗਦਾ। ਹੁਣ ਮੇਰਾ ਮਤਲਬ ਇਹ ਹੈ ਕਿ ਮੈਂ ਇਸ ਗੱਲ ਦਾ ਨਹੀਂ, ਸਿਆਸੀ ਪਾਰਟੀਆਂ ਜੋ ਮਰਜ਼ੀ ਕਰਨ ਆਪਣੀ ਸਿਆਸਤ ਵਿੱਚ, ਪਰ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਤੇ ਐਲੀਗੇਸ਼ਨ ਇਹ ਹੈ ਕਿ ਉਹਨਾਂ ਨੇ ਧਰਮ ਨੂੰ ਆਪਣੇ ਮਤਲਬ ਮੰਤਵ ਵਾਸਤੇ ਵਰਤਿਆ ਹੈ ਤੇ ਉਹਦੇ ਨਾਲ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਗੋਡੇ ਹੇਠ ਲਿਆ ਹੈ, ਉਹਨਾਂ ਦੀ ਅਵਹੇਲਨਾ ਕੀਤੀ ਹੈ, ਉਹਨਾਂ ਨਾਲ ਵਾਅਦਾ ਕੀਤਾ ਹੈ, ਉਹਨਾਂ ਨੇ ਕਬਜ਼ਾ ਕੀਤਾ ਹੈ। ਹੁਣ ਇਹ ਪਬਲਿਕ ਪ੍ਰਭਾਵ ਜਿਹੜਾ ਹੈ, ਇਸ ਪ੍ਰਭਾਵ ਨੇ ਕਿਤੇ ਨਾ ਕਿਤੇ ਤਾਂ ਜਾਣਾ ਹੀ ਹੈ। ਇਹ ਪ੍ਰਭਾਵ ਉਹਨਾਂ ਦਾ ਦੂਰ ਨਹੀਂ ਹੋ ਰਿਹਾ ਕਿਸੇ ਹਿਸਾਬ ਨਾਲ। ਹੁਣ ਹਾਲਤ ਇਹ ਹੈ ਕਿ ਇਸ ਵੇਲੇ ਜਦੋਂ ਮਤਲਬ ਪੋਲੀਟੀਕਲ ਸਾਇੰਟਿਸਟ ਸਾਡੇ ਦੋਸਤ ਜਿਹੜੇ ਨੇ ਖਾਨ ਸਾਹਿਬ ਵਰਗੇ ਕਰਦੇ ਨੇ, ਉਹ ਸਮਝਦੇ ਨੇ ਕਿ ਜਿਹੜੀ ਪਾਰਟੀ ਦਾ ਪ੍ਰਬੰਧਕੀ ਢਾਂਚਾ ਹੈ ਉਹਦੇ ਅੰਤਰਗਤ ਹੀ ਪਾਰਟੀ ਦੇ ਫੈਸਲੇ ਕਰਦੇ ਨੇ, ਤੇ ਉੱਥੇ ਉਹ ਸੁਖਬੀਰ ਬਾਦਲ ਨੂੰ ਕੋਈ ਮਤਲਬ ਚੈਲੰਜ ਨਹੀਂ ਹੈ। ਬਿਲਕੁਲ ਚੈਲੰਜ ਨਹੀਂ ਹੈ। ਚੈਲੰਜ ਤਾਂ ਰਾਹੁਲ ਗਾਂਧੀ ਨੂੰ ਵੀ ਨਹੀਂ ਹੈ। ਤੇ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਚੈਲੰਜ ਨਾ ਹੋਣ ਕਰਕੇ ਮਰ ਰਹੀਆਂ ਨੇ।
ਤੇ ਜੇ ਪਾਰਟੀ ਨੂੰ ਮਰਨ ਦੇਣਾ ਕਿ ਨਹੀਂ ਮਰਨ ਦੇਣਾ, ਇਹ ਮਤਲਬ ਸਵਾਲ ਇਹ ਹੈ। ਜਿਹੜਾ ਮਤਲਬ ਮੈਂ ਸਮਝਦਾ ਹਾਂ ਕਿ ਮੈਂ ਕਿਤੇ ਕਹਿ ਰਿਹਾ ਸੀ ਕਿ ਹਾਲਤ ਇਹ ਹੋਈ ਪਈ ਹੈ ਕਿ ਉਹ ਸੁਣੀ ਜਾਂਦੇ ਨੇ, ਮੰਨਦੇ ਕਿਸੇ ਦੀ ਵੀ ਨਹੀਂ ਗੀ। ਮੈਨੂੰ ਇਹ ਲੱਗਦਾ ਇਹ ਹੈ ਕਿ ਜਿਹੜੀ ਪੰਥਕ ਭਾਵਨਾ ਹੈ ਉਹਨੂੰ ਦੁਬਾਰਾ ਲਿਆਉਣ ਵਾਸਤੇ ਅੱਗੇ ਆਉਣਾ ਪਏਗਾ। ਮੈਂ ਉਹਨਾਂ ਸਾਰੀ ਲੀਡਰਸ਼ਿਪ ਨੂੰ ਜਾਣਦਾ, ਪਰਸਨਲੀ ਜਾਣਦਾ, ਮੈਂ ਉਹਨਾਂ ਦੀ ਬੜੀ ਕਦਰ ਕਰਦਾ ਪੋਲੀਟੀਸ਼ੀਅਨ ਦੇ ਤੌਰ ਤੇ, ਪਰ ਉਹਨਾਂ ਵਿੱਚ ਇਸ ਵੇਲੇ ਪੰਥਕ ਬੁਲਾਰਾ ਹੀ ਕੋਈ ਨਹੀਂ ਹੈ। ਪੰਥਕਤਾ ਨੂੰ ਮਤਲਬ ਲੋਕਾਂ ਤੱਕ ਲੈ ਜਾਣਾ, ਲੋਕਾਂ ਦੀ ਲੈਂਗੁਏਜ ਉਹਦੇ ਵਾਸਤੇ ਕੋਈ ਹੈ ਹੀ ਨਹੀਂ ਉਹਨਾਂ ਕੋਲ। ਅਜੇ ਤੱਕ ਇੱਕ ਫਿਕਰਾ ਨਹੀਂ ਆ ਰਿਹਾ। ਬਾਦਲ ਸਾਹਿਬ ਕੋਲ ਤਾਂ ਕਦੇ ਵੀ ਨਹੀਂ ਸੀ। ਬਾਦਲ ਸਾਹਿਬ ਕੋਲ ਤਾਕਤ ਸੀ, ਤਾਕਤ ਆ ਗਈ। ਉਹ ਤਾਕਤ ਜਿਹੜੀ ਸੀ 4 ਚੁਫੇਰਿਓਂ ਲੋਕਾਂ ਦੀ ਬੰਨ੍ਹ ਕੇ ਮਾਸਟਰ ਤਾਰਾ ਸਿੰਘ ਤੋਂ ਚੱਲਦੀ ਆ ਰਹੀ ਸੀ ਤੇ ਉਹਨਾਂ ਦੇ ਹੱਥ 'ਚ ਆ ਗਈ ਸੀ। ਉਹ ਚੱਲਦੀ ਰਹੀ, ਇਹਦੇ ਨਾਲ ਚੱਲਦੀ ਰਹੀ, ਤੇ ਜਦੋਂ ਡਿੱਗੀ ਹੈ ਤੇ ਤੁਹਾਡੇ ਸਾਹਮਣੇ ਡਿੱਗੀ ਆ, ਉਹ ਉਹਨਾਂ ਨੇ ਹੁਣ ਇਹ ਹੈ ਕਿ ਮੈਂ ਕਹਿੰਦਾ ਵੀ ਇਹ ਪਬਲਿਕ ਪਰਸੈਪਸ਼ਨ ਵਿੱਚ ਕੀ ਹੋਇਆ ਹੈ। ਦੇਖੋ ਇਸ ਵੇਲੇ ਜਿਹੜੀ ਸਾਰੇ ਹਿੰਦੁਸਤਾਨ ਦਾ ਹਾਲ ਹੈ ਸਿਆਸਤ ਦਾ, ਉਹ ਇਹ ਹੈ ਕਿ ਜਿਹੜੀਆਂ ਸੂਬਾਈ ਪਾਰਟੀਆਂ ਨੇ ਉਹਨਾਂ ਦੀ ਚੌਧਰ ਆਉਣ ਵਾਲੀ ਹੈ, ਕਿਉਂਕਿ ਕੇਂਦਰੀਕਰਨ ਤੋਂ ਲੋਕ ਤੰਗ ਨੇ ਤੇ ਕੇਂਦਰੀਕਰਨ ਤੋਂ ਖੜਾ ਛਡਾਉਣਾ ਚਾਹੁੰਦੇ ਨੇ। ਤੇ ਜਿਹੜਾ ਸੂਬਾਈ ਪਾਰਟੀਆਂ ਨੇ ਇਹਦੇ ਵਿੱਚ ਅਕਾਲੀਆਂ ਦੀ ਵੱਡੀ ਭੂਮਿਕਾ ਰਹੀ ਸੀ। ਉਹ ਜਿਹੜੀ ਭੂਮਿਕਾ ਹੈ ਅਜੇ ਵੀ ਲੋਕ ਦੇਖਦੇ ਨੇ ਵੀ ਮਤਲਬ ਪੰਜਾਬ ਅਕਾਲੀਆਂ ਨੂੰ ਬਿਲੋਂਗ ਕਰਦਾ ਤੇ ਅਕਾਲੀ ਅੱਗੇ ਆਉਣ ਤੇ ਮਤਲਬ ਆਪ ਆ ਕੇ ਵੀ ਮਤਲਬ ਪੰਜਾਬ ਦੀ ਪਾਰਟੀ ਨਹੀਂ ਬਣ ਸਕੀ ਅਜੇ ਤੱਕ। ਹਾਲਾਂਕਿ ਪੰਜਾਬ ਵਾਲੇ ਹੀ ਨੇ 92 ਬੰਦੇ ਜਿੱਤੇ ਹੋਏ ਨੇ। ਮਾਨ ਸਾਹਿਬ ਤੇ ਅਸੀਂ ਕਦੀ ਸ਼ੱਕ ਹੀ ਨਹੀਂ ਕੀਤਾ, ਫਿਰ ਵੀ ਉਹ ਪੰਜਾਬੀ ਪਾਰਟੀ ਕਿਉਂ ਨਹੀਂ ਬਣ ਪਾ ਰਹੀ? ਕਿਉਂਕਿ ਉਹਨਾਂ ਦੇ ਮਾਲਕ ਜਿਹੜੇ ਨੇ ਉਹ ਉਹਨਾਂ ਨੂੰ 92 ਬੰਦਿਆਂ ਨੂੰ ਇਸ ਨੂੰ ਆਪਣੇ ਹੱਕ 'ਚ ਵਰਤਣਾ ਚਾਹੁੰਦੇ ਨੇ। ਐਵੇਂ ਹੀ ਬਿਲਕੁਲ ਇਸੇ ਤਰ੍ਹਾਂ ਜਿਵੇਂ ਕੇਜਰੀਵਾਲ ਵਰਤਣਾ ਚਾਹੁੰਦਾ ਹੈ, ਉਵੇਂ ਹੀ ਸੁਖਬੀਰ ਬਾਦਲ ਅਕਾਲੀ ਦਲ ਨੂੰ ਆਪਣੇ ਹੱਕ 'ਚ ਵਰਤਣਾ ਚਾਹੁੰਦਾ। ਇਹ ਯਾਦ ਰਹਿਣਾ ਚਾਹੀਦਾ ਹੈ ਕਿ ਪੰਜਾਬ ਮੌਕਾ ਦਿੰਦਾ ਹੈ ਨਵੀਂ ਨੂੰ, ਜਿਵੇਂ ਜੋਧਕਾ ਸਾਹਿਬ ਨੇ ਕਿਹਾ ਨਵੀਂ ਚੀਜ਼ ਨੂੰ ਤਜਰਬਾ ਕਰਦਾ ਹੈ, ਪਰ ਤਜਰਬਾ ਕਰਨ ਵਾਸਤੇ ਸਪੇਸ ਦਿੰਦਾ ਹੈ। ਜੇ ਉਹ ਸਪੇਸ ਤਜਰਬਾ ਨਹੀਂ ਹੁੰਦਾ ਤੇ ਉਹ ਸੁੱਟ ਵੀ ਦਿੰਦਾ ਰਿਹਾ। ਕਾਮਰੇਡ ਡਿੱਗੇ, ਸੋਸ਼ਲਿਸਟ ਡਿੱਗੇ, ਹੋਰ ਸਾਰੀਆਂ ਚੀਜ਼ਾਂ ਡਿੱਗਦੀਆਂ ਰਹੀਆਂ ਤੇ ਡਿੱਗਦੇ ਵਿੱਚ ਹੀ ਅਕਾਲੀ ਕਾਮਯਾਬ ਹੋਏ ਸੀਗੇ। ਤੇ ਅਕਾਲੀਆਂ ਦੇ ਡਿੱਗਣ ਤੋਂ ਬਾਅਦ ਜਿਹੜੀ ਆਪ ਹੈ ਉਹ ਕਾਮਯਾਬ ਹੋਈ ਹੈ। ਹੁਣ ਅਕਾਲੀਆਂ ਦੀ ਸਰਵਾਈਵਲ ਦਾ ਇੱਕੋ ਹੀ ਚਾਂਸ ਇਹ ਹੈ ਕਿ ਲੀਡਰ, ਜਿਵੇਂ ਖਾਨ ਸਾਹਿਬ ਨੇ ਕਿਹਾ ਕਿ ਲੀਡਰਸ਼ਿਪ ਜਿਹੜੀ ਹੈ ਉਹ ਪਾਸੇ ਹਟ ਕੇ ਨਵੇਂ ਨੂੰ ਥਾਂ ਦੇਵੇ। ਪੰਥਕਤਾ ਅਕਾਲੀ ਦਲ ਨੂੰ ਕੁਝ ਨਹੀਂ ਹੋਇਆ ਹੋਇਆ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੋਇਆ ਹੋਇਆ ਜੋ ਹੋਇਆ ਹੋਇਆ। ਜਿਹੜਾ ਸਵਾਬ ਇਹਦਾ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ। ਲੀਡਰਸ਼ਿਪ ਜਿੰਨੇ ਚਿਰ ਪਾਸੇ ਨਹੀਂ ਹੁੰਦੀ ਇਹ ਨਹੀਂ ਹੈ। ਮੈਂ ਦਾਅਵੇ ਨਾਲ ਕਹਿ ਸਕਦਾ, ਇਹ ਆਪਣੀ ਸਮਝ ਦੇ ਮੁਤਾਬਕ ਮੈਨੂੰ ਸਮਝ ਆਉਂਦਾ ਕਿ ਸੁਖਬੀਰ ਬਾਦਲ ਦਾ ਬਣਾਇਆ ਹੋਇਆ ਬੰਦਾ ਵੀ ਨਹੀਂ ਚੱਲ ਸਕੇਗਾ, ਭਾਵੇਂ ਜਿਹਨੂੰ ਮਰਜ਼ੀ ਬਣਾ ਦੇ। ਉਹਦੇ ਨਾਲ ਵੀ ਸੁਖਬੀਰ ਬਾਦਲ ਦੇ ਮਤਲਬ ਹੁਣ ਸੁਖਬੀਰ ਨਾਲ ਤੇ ਇਕੱਲੇ ਬਾਦਲ ਸਾਹਿਬ ਵੱਡੇ ਲਟਕੇ ਹੋਏ ਨੇ, ਤੇ ਜਿਹੜਾ ਨਵਾਂ ਇਹ ਸੁਖਬੀਰ ਬਣਾਏਗਾ ਉਹਦੇ ਨਾਲ ਉਹ ਦੋਨੇ ਲਟਕ ਜਾਣਗੇ ਤੇ ਉਹਦੇ ਕੋਲ ਤੁਰਿਆ ਵੀ ਨਹੀਂ ਜਾਏਗਾ। ਬਿਲਕੁਲ ਸਮਝਾਇਆ ਹਾਂ ਕਿ ਪੰਥਕਤਾ ਵੱਲ ਮੁੜਨ ਵਾਸਤੇ ਉਹਨਾਂ ਨੂੰ ਪੰਥਕ ਸਪਿਰਿਟ ਨੂੰ ਸਮਝਣਾ ਪਏਗਾ, ਆਮ ਲੋਕਾਂ ਦੀ ਆਕਾਂਖਿਆ ਨੂੰ ਸਮਝਣਾ ਪਏਗਾ। ਉਸ ਪੰਥਕਤਾ ਨੂੰ ਜਿਹੜਾ ਪੰਜਾਬ ਵਿੱਚ ਇਹ ਡਿਸਟਿੰਕਸ਼ਨ ਨਹੀਂ ਕਰਦਾ ਸੀ ਕਿ ਆ ਮੁਸਲਮਾਨਾਂ ਦਾ ਹਿੰਦੂ ਹੈ, ਉਹਨੂੰ ਨਾਲ ਲੈ ਕੇ ਤੁਰ ਰਿਹਾ ਸੀ, ਉਹਨਾਂ 'ਚ ਮਕਬੂਲ ਸੀ। ਇਹ ਮਕਬੂਲੀਅਤ ਜਿਹੜੀ ਆ ਮੁੜ ਕੇ ਬਹਾਲ ਕਰਨੀ ਪਏਗੀ। ਇਹ ਪੰਜਾਬੀ ਪਾਰਟੀ ਬਣਾ ਕੇ ਕਰਨ ਵਾਲੇ ਪਾਸੇ ਤੁਰੇ ਰਹੇ ਨੇ, ਉਹਨਾਂ ਨੂੰ ਕਾਮਯਾਬ ਮਿਲ ਵੀ ਗਈ ਸੀ, ਹੁਣ ਨਹੀਂ ਮਿਲੀ। ਇਸ ਕਰਕੇ ਉਹਨਾਂ ਨੂੰ ਮੁੜ ਕੇ ਘਰ ਆਉਣਾ ਪਏਗਾ। ਦੋ ਚੀਜ਼ਾਂ ਕਰਨੀਆਂ ਪੈਣਗੀਆਂ, ਇੱਕ ਤੇ ਲੀਡਰਸ਼ਿਪ ਨੂੰ ਪੰਥਕ ਸਪਿਰਿਟ ਵਜਾਉਣਾ ਪਏਗਾ, ਨੰਬਰ 2 ਜਿਹੜੀਆਂ ਪੰਥਕ ਸੰਸਥਾਵਾਂ ਨੇ ਉਹਨੂੰ ਸਿਆਸੀ ਗਲਬੇ ਤੋਂ ਮੁਕਤ ਕਰਨਾ ਪਏਗਾ। ਮਿਹਰਬਾਨੀ, ਤੁਸੀਂ ਬਹੁਤ ਸਾਫ਼ ਕਿਹਾ। ਪਰ ਜਿਹੜੀ ਇੱਕ ਗੱਲ ਤੁਸੀਂ ਕਹੀ ਹੈ ਨਾ ਵਿੱਚ ਕਿ ਉਹ ਸੁਣੀ ਸਭ ਨੂੰ ਜਾਂਦੇ ਆ, ਮੰਨਦੇ ਕਿਸੇ ਤੇ ਨਹੀਂ। ਪਰ ਪ੍ਰਧਾਨ ਜੀ ਨੇ ਉਸ ਦਿਨ ਪ੍ਰੈਸ ਕਾਨਫਰੰਸ 'ਚ ਇੱਕ ਸਾਫ਼ ਕਿਹਾ, ਜੋਧਕਾ ਸਾਹਿਬ, ਪ੍ਰੋਫੈਸਰ ਸਾਹਿਬ, ਉਹ ਕਹਿੰਦੇ ਵੀ ਅਸੀਂ ਵਿਦਵਾਨਾਂ ਨਾਲ ਵੀ ਰਾਏ ਕੀਤੀ ਆ, ਕੁਝ ਸੀਨੀਅਰ ਪੱਤਰਕਾਰਾਂ ਨਾਲ ਵੀ ਕੀਤੀ ਆ, ਤੇ ਚੰਗੇ ਜਿਹੜੇ ਅਫਸਰ ਆ ਉਹਨਾਂ ਨਾਲ ਵੀ ਗੱਲਬਾਤ ਕਰਕੇ ਇਸ ਸਿੱਟੇ ਤੇ 13 ਨਕਾਤੀ ਪ੍ਰੋਗਰਾਮ ਤੇ ਪਹੁੰਚੇ ਆ। ਪ੍ਰਧਾਨ ਸਾਹਿਬ ਨੇ ਇਸ ਵਾਰੀ ਡਿਸਕਸ਼ਨ, ਡਿਬੇਟ ਤਾਂ ਨਹੀਂ ਮੈਂ ਕਹੂੰਗਾ, ਗੁਰੂ ਨਾਨਕ ਸਾਹਿਬ ਵਾਲੀ ਚਰਚਾ ਨੂੰ ਅੱਗੇ ਵਧਾਇਆ। ਤੇ ਮੈਨੂੰ ਪ੍ਰੋਫੈਸਰ ਜੋਧਕਾ ਸਾਹਿਬ ਇਹ ਜ਼ਰੂਰ ਦੱਸ ਦਿਓ ਕਿ ਦੂਰ ਬੈਠਿਆਂ, ਕਿਉਂਕਿ ਤੁਹਾਡੇ ਸਮਝਣ ਦਾ ਤਰੀਕਾ ਵੀ ਥੋੜਾ ਜਿਹਾ ਅਲੱਗ ਹੈ, ਤੇ ਤੁਸੀਂ ਕਿਵੇਂ ਸਮਝ ਰਹੇ ਹੋ ਕਿ ਜਿਹੜਾ 2015 ਤੋਂ ਅਕਾਲੀ ਦਲ ਦੀ ਨਿਰਮਾਣ ਦਾ ਸਿਲਸਿਲਾ ਸ਼ੁਰੂ ਹੋਇਆ, ਹੁਣ ਇਹ ਚੜ੍ਹਦੀ ਕਲਾ ਵਾਲੇ ਕਨਸੈਪਟ ਦੇ ਨਾਲ ਅੱਗੇ ਕਿਵੇਂ ਵੱਧ ਸਕਦਾ? ਮੌਜੂਦਾ ਪਰਿਸਥਿਤੀਆਂ 'ਚ, ਮੌਜੂਦਾ ਢਾਂਚੇ 'ਚ ਤੁਸੀਂ ਇਹਦੇ ਲਈ ਕੋਈ ਸਕੋਪ ਵੇਖਦੇ ਹੋ, ਸਥਾਨ ਦੇਖਦੇ ਹੋ, ਸਪੇਸ ਦੇਖਦੇ ਹੋ? ਜਿਹੜਾ ਪਿੱਛੇ ਇੱਕ ਇੰਡੀਅਨ ਪੋਲਿਟਿਕਸ ਦਾ ਨਵੇਂ ਤਰੀਕੇ ਦੇ ਨਾਲ ਕਮਰਸ਼ੀਅਲਾਈਜੇਸ਼ਨ ਜਾਂ ਪ੍ਰੋਫੈਸ਼ਨਲਾਈਜੇਸ਼ਨ ਹੋਇਆ, ਕਿ ਪਹਿਲੇ ਹੁੰਦੇ ਸੀ ਕਿ ਜਥੇਦਾਰ ਜਿਹੜੇ ਸੇਵਾ ਕਰਦੇ ਸੀ, ਲੋਕਾਂ ਨੂੰ ਨਾਲ ਲੈ ਕੇ ਚੱਲਦੇ ਸੀ, ਲੋਕਾਂ ਦੇ ਵਾਸਤੇ ਲੜਦੇ ਸੀਗੇ, ਉਹ ਬਣ ਗਿਆ ਪ੍ਰੋਫੈਸ਼ਨਲ ਪੋਲੀਟੀਸ਼ੀਅਨ। ਉਹਨਾਂ ਦੇ ਵਾਸਤੇ ਧੰਦਾ ਹੋ ਗਿਆ, ਨਾਲ ਉਹਨਾਂ ਦੇ ਆਪਣੇ ਬਿਜ਼ਨਸ ਚੱਲ ਗਏ।
ਪੋਲਿਟਿਕਸ ਨੂੰ ਲੈ ਕੇ ਫਿਰ ਬਾਕੀ ਬਿਜ਼ਨਸ ਚਲਾਣੇ ਆ, ਉਹ ਵੱਡੇ ਲੀਡਰ ਕਰ ਰਿਹਾ ਤਾਂ ਉਹਨੂੰ ਫੋਲੋ ਕਰਨ ਵਾਲਾ ਵੀ ਉਹੀ ਕਰ ਰਿਹਾ। ਅਸੀਂ ਵੀ ਆਪਣੀ ਦੁਕਾਨ ਵੱਡੀ ਕਰ ਲਈ, ਅਸੀਂ ਪੈਸੇ ਕਮਾ ਲਈ, ਇਕੱਠੇ ਕਰ ਲਈ ਹੈ। ਉਹ ਸਾਰੀਆਂ ਗੱਲਾਂ ਜਿਹੜੀਆਂ ਆਈਆਂ ਉਹ ਨੈਸ਼ਨਲ ਪੋਲਿਟਿਕਸ ਤੇ ਆਈਆਂ, ਪੰਜਾਬ 'ਚ ਵੀ ਆਈਆਂ ਤੇ ਉਹ ਬੜੇ ਮਤਲਬ ਅਜੀਬ ਜਿਹੇ ਤਰੀਕੇ ਨਾਲ ਆਈਆਂ। ਤੇ ਉਸੇ ਕਰਕੇ ਇੱਕ ਜਿਹੜੀ ਗੱਲ ਪਹਿਲੇ ਮੈਂ ਕਰ ਰਿਹਾ ਸੀਗਾ, ਜਿਹੜਾ ਸਿਨੀਸਿਜ਼ਮ ਹੈਗਾ ਲੋਕਾਂ ਦੇ ਵਿੱਚ, ਕੋਈ ਹੋਪ ਵਾਲੀ ਗੱਲ ਨਹੀਂ ਲੱਗਦੀ ਨਹੀਂ। ਜੇ ਹਾਲਾਂਕਿ ਪੋਲੀਟੀਕਲੀ ਅਜੇ ਵੀ ਮਤਲਬ ਕਮਿਟਡ ਹੈਗੇ, ਉਹ ਲੜਨਾ ਚਾਹੁੰਦੇ ਆ, ਲੜਨਾ ਜਾਣਦੇ ਵੀ ਹੈਗੇ। ਉਹ ਸਿੱਖਾਂ ਨੇ ਦਿਖਾਤਾ, ਪੰਜਾਬੀਆਂ ਨੇ ਦਿਖਾਤਾ ਕਿਸਾਨੀ ਅੰਦੋਲਨ ਦੇ ਦੌਰਾਨ ਕਿ ਅਸੀਂ ਕਿਧਰੇ ਗਏ ਨਹੀਂ, ਕਿ ਅਸੀਂ ਹੈਗੇ ਅਜੇ, ਸਾਡੀ ਸਪਿਰਿਟ ਉੱਥੇ ਹੀ ਹੈਗੀ, ਸਾਡੀ ਚੜ੍ਹਦੀ ਕਲਾ ਉੱਥੇ ਹੀ ਹੈਗੀ, ਅਸੀਂ ਅਜੇ ਵੀ ਦਿਖਾ ਸਕਦੇ ਹਾਂ। ਮੇਨ ਜਿਹੜਾ ਮੈਨੂੰ ਲੱਗਦਾ ਅਕਾਲੀ ਦਲ ਵਾਲਾ ਇਸ਼ੂ ਬੜਾ ਸੈਂਟਰਲ ਹੈਗਾ ਸਾਡੀ ਡਿਸਕਸ਼ਨ ਵਾਸਤੇ, ਕਿਉਂਕਿ ਅਕਾਲੀ ਦਲ ਸਿਰਫ ਇੱਕ ਪੋਲੀਟੀਕਲ ਪਾਰਟੀ ਨਹੀਂ ਹੈਗੀ, ਉਹ ਪੰਜਾਬੀ ਆਈਡੈਂਟੀਟੀ, ਸਿੱਖੀ ਆਈਡੈਂਟੀਟੀ ਉਹਨਾਂ ਦੇ ਨਾਲ ਬੜੀ ਜੁੜੀ ਹੈਗੀ। ਤੇ ਸਿੱਖੀ ਆਈਡੈਂਟੀਟੀ ਸਿਰਫ ਇੱਕ ਕਮਿਊਨਲ ਆਈਡੈਂਟੀਟੀ ਨਹੀਂ ਹੈਗੀ, ਇੱਕ ਰੀਜਨਲ ਨੈਸ਼ਨਲ ਆਈਡੈਂਟੀਟੀ ਦੇ ਤੌਰ ਤੇ ਵੀ ਉਹਦੇ ਵਿੱਚ ਇੱਕ ਹਿਸਟੋਰੀਕਲ ਐਵੋਲੂਸ਼ਨ ਹੋ ਰਿਹਾ, ਇੱਕ ਨਵੇਂ ਤਰੀਕੇ ਦਾ ਆਪਣੇ ਆਪ ਜਿਹੜਾ ਗਲੋਬਲੀ ਬੈਠਾ ਸਿੱਖ ਆਪਣੇ ਆਪ ਨੂੰ ਪੰਜਾਬ ਦੇ ਨਾਲ ਆਈਡੈਂਟੀਫਾਈ ਕਰਦਾ। ਹਾਲਾਂਕਿ ਉਸ ਤਰ੍ਹਾਂ ਦਾ ਨੈਸ਼ਨਲਿਜ਼ਮ ਅਜੇ ਨਹੀਂ ਹੈਗਾ, ਪਰ ਫਿਰ ਵੀ ਇੱਕ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਕੌਮੀ ਆਈਡੈਂਟੀਟੀ ਜਿਹੜੀ ਬੜੀ ਮਾਡਰਨ ਆਈਡੈਂਟੀਟੀ ਹੈ, ਉਹ ਨਹੀਂ ਕਹਾ ਕਿ ਸਿਰਫ ਉਹ ਆਪਣੇ ਆਪ ਨੂੰ ਰਿਲੀਜੀਅਸ ਆਈਡੈਂਟੀਟੀ ਦੇਖਦੇ ਹੈਗੇ। ਉਹ ਜਿਹੜੇ ਇਸ਼ੂ ਹੈਗੇ ਉਹ ਹੈ ਜਿਹਨਾਂ ਨੂੰ ਆਪਾਂ ਪੰਥਕ ਇਸ਼ੂ ਕਹਿੰਦੇ ਹਾਂ, ਜਿਵੇਂ ਪ੍ਰਸਾਦ ਕਹਿ ਰਹੇ ਸੀ ਪੰਥਕ ਇਸ਼ੂ ਹੈਗੇ। ਉਹ ਪੰਥਕਤਾ ਵਾਲੀ ਜਿਹੜੀ ਗੱਲ ਹੈਗੀ ਉਹਦੀ ਲੋੜ ਹੈ, ਉਹਦੀ ਲੋੜ ਸਿਰਫ ਇੱਕ ਦੋ ਸਿੱਖਾਂ ਨੂੰ ਨਹੀਂ ਹੈਗੀ, ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਬੈਠੇ ਆ ਉਹਨਾਂ ਨੂੰ ਵੀ ਲੋੜ ਹੈ, ਇੰਡੀਆ ਤੋਂ ਬਾਹਰ ਜਿਹੜੇ ਸਿੱਖ ਬੈਠੇ ਉਹਨਾਂ ਨੂੰ ਵੀ ਲੋੜ ਹੈ, ਤੇ ਪੰਜਾਬ ਦੇ ਅੰਦਰ ਜਿਹੜੇ ਵੱਖਰੇ ਵੱਖਰੇ ਵਰਗਾਂ ਦੇ ਸਿੱਖ ਆ ਉਹਨਾਂ ਨੂੰ ਵੀ ਲੋੜ ਹੈਗੀ। ਇੱਕ ਤਾਂ ਪੰਥਕ ਦਾ ਇਸ਼ੂ ਹੈਗਾ ਜਿਹੜਾ ਪਿੱਛੇ 3-4 ਸਾਲਾਂ ਦੇ ਵਿੱਚ ਡਿਕਲਾਈਨ ਹੋਇਆ, ਕਿਉਂਕਿ ਲੋਕਾਂ ਦੇ ਵਿੱਚ ਰੋਸ਼ ਵਧਿਆ, ਇਸ ਵਾਸਤੇ ਨਹੀਂ ਕਿ ਲੋਕਾਂ ਦੀ ਕਮਿਟਮੈਂਟ ਘਟੀ ਹੈਗੀ। ਤੇ ਉਹ ਜਿਹੜਾ ਵੈਕਿਊਮ ਹੈਗਾ ਉਹ ਅਜੇ ਖੜਾ ਹੈਗਾ। ਹੁਣ ਪਿੱਛੇ ਸਿਮਰਨਜੀਤ ਸਿੰਘ ਮਾਨ ਨਿਕਲ ਕੇ ਆਇਆ, ਲੇਕਿਨ ਉਹ ਕੱਲਾ ਬੰਦਾ ਹੈਗਾ, ਉਹਦੇ ਨਾਲ ਕੋਈ ਲੰਬਾ ਚੌੜਾ ਕੋਈ ਬਹੁਤਾ ਆਰਗੇਨਾਈਜੇਸ਼ਨਲ ਸਟਰਕਚਰ ਨਹੀਂ ਹੈਗਾ, ਕੋਈ ਮੂਵਮੈਂਟ ਨਹੀਂ ਹੈਗਾ। ਉਹ ਜਿਹੜਾ ਪੰਥਕ ਵੈਕਿਊਮ ਅਜੇ ਵੀ ਹੈਗਾ, ਉਸ ਦਾ ਅਕਾਲੀ ਦਲ ਕਿਵੇਂ ਉਸ ਨੂੰ ਦੁਬਾਰਾ ਰਿਵਾਈਵ ਕਰ ਸਕਦਾ ਹੈ, ਤਾਂ ਉਹਦੇ ਤੇ ਡਿਪੈਂਡ ਕਰਦਾ। ਦੂਜੀ ਗੱਲ ਜਿਹੜੀ ਪਹਿਲੇ ਸਾਹਿਬ ਨੇ ਕਹੀ ਹੈ, ਦੋਨਾਂ ਨੇ ਕਹੀ ਹੈ ਕਿ ਜਿਹੜੀ ਰੀਜਨਲ ਪੋਲਿਟਿਕਸ ਹੈਗੀ ਉਹਦਾ ਫਿਊਚਰ ਵਧੇਗਾ, ਕਿਉਂਕਿ ਸੈਂਟਰਲਾਈਜੇਸ਼ਨ ਹੋ ਰਿਹਾ ਤੇ ਇੰਡੀਆ ਇੱਕ ਸਿੰਗਲ ਕੰਟਰੀ ਨਹੀਂ ਹੈਗਾ। ਇੰਡੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਸੈਂਸਿਬਿਲਿਟੀਜ਼ ਹੈਗੀਆਂ, ਰੀਜਨਲ ਇਸ਼ੂਜ਼ ਬੜੇ ਰੀਜਨਲ ਹੁੰਦੇ ਹੈਗੇ, ਤੇ ਰੀਜਨਲ ਲੀਡਰਸ਼ਿਪ ਦੀ ਆਪਣੀ ਇੱਕ ਅਪੀਲ ਹੁੰਦੀ ਹੈ। ਤੇ ਖਾਸ ਤੌਰ ਤੇ ਜਿਹੜੇ ਰੀਜਨ ਹੈਗੇ, ਪੰਜਾਬ ਵਰਗੇ ਰੀਜਨ, ਹੋਰ ਵੀ ਕਈ ਇਸ ਤਰ੍ਹਾਂ ਦੇ ਇੰਡੀਆ ਦੇ ਰੀਜਨ ਹੈਗੇ ਜਿੱਥੇ ਲੋਕਾਂ ਦੇ ਵਾਸਤੇ, ਦਿੱਲੀ ਸਰਕਾਰ ਦੀ ਗੱਲ ਕਰ ਰਹੇ ਸੀਗੇ ਪਹਿਲੇ ਸਾਹਿਬ, ਦਿੱਲੀ ਦੀ ਨਹੀਂ ਚੱਲਦੀ, ਦਿੱਲੀ ਦਾ ਇੱਕ ਆਪਣਾ ਸਿੰਬਲਿਜ਼ਮ ਹੈਗਾ। ਇਸ ਵਾਸਤੇ ਉਹ ਵੀ ਜਿਹੜਾ ਵੈਕਿਊਮ ਹੈਗਾ ਉਹ ਵੀ ਅਕਾਲੀਆਂ ਦੇ ਵਾਸਤੇ ਖਾਲੀ ਪਿਆ, ਉਹਨਾਂ ਦਾ ਕੋਈ ਕੰਪੀਟੀਸ਼ਨ ਨਹੀਂ ਹੈਗਾ। ਤੇ ਮੇਨ ਜਿਹੜੀਆਂ ਦੋਨੋਂ ਚੀਜ਼ਾਂ ਹੈਗੀਆਂ ਇਹ ਇਹਨਾਂ ਦੇ ਫਾਇਦੇ ਦੀਆਂ ਗੱਲਾਂ ਹੈਗੀਆਂ, ਜੇ ਇਹਨੂੰ ਇਹ ਕਿਸੇ ਨਾ ਕਿਸੇ ਤਰੀਕੇ ਦੁਬਾਰਾ ਰੀ-ਇਮੈਜਿਨ ਕਰ ਸਕਦੇ ਆ। ਪੁਰਾਣਾ ਜਿਹੜਾ 1960 ਵਾਲਾ ਰੀਜਨਲਿਜ਼ਮ ਨਹੀਂ ਚੱਲੇਗਾ, 1920 ਵਾਲਾ ਪੰਥਕ ਪੋਲਿਟਿਕਸ ਨਹੀਂ ਚੱਲੇਗੀ। ਅੱਜ ਆਪਾਂ ਨੂੰ 21ਵੀਂ ਸ਼ਤਾਬਦੀ ਜਿਹੜੀ ਪੰਥਕ ਪੋਲਿਟਿਕਸ ਹੈਗੀ, ਜਿਹਦਾ ਬਹੁਤ ਸਾਰਾ ਇਨਫਲੂਐਂਸ ਸਾਡਾ ਜਿਹੜੀ ਕੈਨੇਡਾ ਸਿੱਖ ਕਮਿਊਨਿਟੀ ਬੈਠੀ ਹੈ ਜਾਂ ਬਾਹਰ ਦੂਜੇ ਗਲੋਬਲ ਉਹਦੇ ਵਿੱਚ ਬੈਠੀ, ਉਹਦੇ ਨਾਲ ਸੋਚਣਾ ਪੈਣਾ, ਉਹਦੇ ਨਾਲ ਮਿਲ ਕੇ। ਬਾਕੀ ਤੁਹਾਨੂੰ ਸੋਚਣਾ ਪੈਣਾ ਕਿ ਜਿਹੜਾ ਤੁਹਾਡੇ ਵਰਗੇ ਬੰਦੇ ਬੈਠੇ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਆ ਸੋਸ਼ਲ ਮੀਡੀਆ ਤੇ, ਇਹ ਵੀ ਇੱਕ ਰਿਐਲਿਟੀ ਹੈਗੀ। ਇਹਦੇ ਨਾਲ ਇੱਕ ਨਵੇਂ ਤਰ੍ਹਾਂ ਦੇ ਚੈਲੰਜ ਨਿਕਲ ਕੇ ਆਉਂਦੇ ਆ ਕਿਸੇ ਲੀਡਰਸ਼ਿਪ ਵਾਸਤੇ। ਇਸ ਦੇ ਵਾਸਤੇ ਲੋੜ ਹੈਗੀ ਇੱਕ ਨਵੀਂ ਇਮੈਜੀਨੇਸ਼ਨ, ਨਵੇਂ ਤਰੀਕੇ ਨਾਲ ਤੁਸੀਂ ਪੰਥਕ ਜਾਂ ਰੀਜਨਲ ਇਸ਼ੂ ਨੂੰ ਕਿਵੇਂ ਆਰਟੀਕੂਲੇਟ ਕਰੋਗੇ ਕਿ ਜਿਹਦੇ ਨਾਲ ਤੁਹਾਡੇ ਨਾਲ ਪੰਜਾਬੀ ਹਿੰਦੂ ਵੀ ਆਈਡੈਂਟੀਫਾਈ ਕਰੇ, ਪੰਜਾਬੀ ਕ੍ਰਿਸਚੀਅਨ ਭਰਾ ਜੀ ਮੁਸਲਿਮ ਵੀ ਆਈਡੈਂਟੀਫਾਈ ਕਰੇ। ਇਹ ਅਕਾਲੀ ਪੋਲਿਟਿਕਸ ਵਿੱਚ ਸੀਗਾ। ਅਕਾਲੀ ਪੰਥਕ ਪੋਲਿਟਿਕਸ ਕਦੀ ਕਮਿਊਨਲ ਪੋਲਿਟਿਕਸ ਨਹੀਂ ਸੀ, ਉਹ ਐਕਸਕਲੂਜਨਰੀ ਪੋਲਿਟਿਕਸ ਨਹੀਂ ਸੀਗੀ। ਇਸ ਵਾਸਤੇ ਅਕਾਲੀਆਂ ਦੇ ਨਾਲ ਸਾਰੇ ਖੜੇ ਹੋ ਜਾਂਦੇ ਸੀ, ਕਿਸੇ ਨੂੰ ਟੈਨਸ਼ਨ ਨਹੀਂ ਸੀ ਹੁੰਦੀ ਕਿ ਭਾਈ ਅਕਾਲੀਆਂ ਨਾਲ ਆਈਡੈਂਟੀਫਾਈ ਕਰੋਗੇ ਤਾਂ ਤੁਹਾਨੂੰ ਲੋਕ ਕਮਿਊਨਲ ਕਹਿਣਗੇ। ਉਹ ਜਿਹੜੇ ਚੈਲੰਜ ਹੈਗੇ, ਉਹ ਚੈਲੰਜ ਵੀ ਆਲਰੇਡੀ ਗੱਲ ਹੋ ਚੁੱਕੀ ਆ। ਇੱਕ ਤਾਂ ਸਭ ਤੋਂ ਵੱਡਾ ਚੈਲੰਜ ਹੈ ਲੀਡਰਸ਼ਿਪ ਦਾ। ਹੁਣ ਲੀਡਰਸ਼ਿਪ ਨੂੰ ਭਾਵੇਂ ਕੋਈ ਵੀ ਹੋਵੇ, ਸੁਖਬੀਰ ਬਾਦਲ ਹੋਵੇ ਜਾਂ ਕੋਈ ਹੋਵੇ, ਲੀਡਰਸ਼ਿਪ ਦੀ ਲੋੜ ਹੈਗੀ ਕਿ ਲੀਡਰਸ਼ਿਪ ਦਿਖਾਏ। ਉਹ ਲੀਡਰਸ਼ਿਪ ਵਾਸਤੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਆਪ ਬੈਠਣਾ ਪੈਣਾ। ਹਾਂ ਜੀ, ਤੁਸੀਂ ਅਨਸ਼ਨ ਕਰ ਸਕਦੇ ਹੋ 25 ਦਿਨਾਂ ਵਾਸਤੇ, ਤੁਸੀਂ ਸੈਕਰੀਫਾਈਸ ਕਰਨ ਨੂੰ ਤਿਆਰ ਹੋ, ਤੁਸੀਂ ਕੌਮ ਵਾਸਤੇ ਜੀ ਰਹੇ ਹੋ, ਆਪਣੇ ਵਾਸਤੇ ਜੀ ਰਹੇ ਹੋ। ਲੋਕੀ ਦੇਖਦੇ ਆ, ਪੰਜਾਬੀ ਬੜਾ ਦੇਖਦੇ ਆ ਧਿਆਨ ਨਾਲ, ਇਹਦੀ ਨੀਅਤ ਕੀ ਹੈਗੀ। ਤੇ ਹਰ ਕੋਈ ਬੰਦਾ ਸਿਆਣਾ ਹੁੰਦਾ, ਦੇਖ ਲੈਂਦਾ, ਪਛਾਣ ਲੈਂਦਾ ਕਿ ਹਾਂ ਵੀ ਆਹ ਮੇਰਾ ਲੀਡਰ ਬਣ ਸਕਦਾ, ਆਹ ਨਹੀਂ ਬਣ ਸਕਦਾ। ਉਹ ਲੀਡਰਸ਼ਿਪ ਦੇ ਵਿੱਚ ਇੱਕ ਤਾਂ ਆਪਣੀ ਜਿਹੜੀ ਡੈਡੀਕੇਸ਼ਨ ਹੋਣੀ ਚਾਹੀਦੀ ਹੈ, ਤੇ ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਹੈਗੀ ਜਿਹੜੀ ਆਪਾਂ ਪਹਿਲੀ ਗੱਲ ਕੀਤੀ ਹੈ, ਜਿਹੜੀ ਉਸਨੂੰ ਤੁਸੀਂ ਕਿਵੇਂ ਉਸਨੂੰ ਆਰਟੀਕੂਲੇਟ ਕਰਦੇ ਹੋ। ਜਿਹੜੇ ਅੱਜ ਦੇ ਚੈਲੰਜ ਹੈ ਸਿੱਖਾਂ ਦੇ, ਅੱਜ ਤੋਂ 50 ਸਾਲ ਬਾਅਦ ਵਾਲੇ ਜਿਹੜੇ ਚੈਲੰਜ ਹੈਗੇ ਸਿੱਖਾਂ ਦੇ, ਯੰਗਰ ਜਨਰੇਸ਼ਨ ਕਿਵੇਂ ਸੋਚ ਰਹੀ ਹੈ। ਸਿੱਖੀ ਕਿਧਰੇ ਨਹੀਂ ਜਾ ਰਹੀ, ਸਿੱਖੀ ਤਾਂ ਆਪਣੇ ਆਪ ਨੂੰ ਸਰਵਾਈਵ ਕਰ ਲਏਗੀ, ਸਿੱਖੀ ਆਪਣੇ ਆਪ ਨੂੰ ਰਿਵਾਈਵ ਵੀ ਕਰ ਲਏਗੀ, ਪ੍ਰੋਟੈਕਟ ਵੀ ਕਰ ਰਹੀ ਹੈ, ਬੜੇ ਚੰਗੇ ਤਰੀਕੇ ਨਾਲ ਕਰ ਰਹੀ ਹੈ। ਉਹਨੂੰ ਅੰਡਰ ਐਸਟੀਮੇਟ ਕਰਨ ਦੀ ਲੋੜ ਨਹੀਂ ਹੈਗੀ, ਪਰ ਉਹਨਾਂ ਨੂੰ ਇੱਕ ਵਾਇਸ ਚਾਹੀਦੀ ਹੈਗੀ। ਉਹਨਾਂ ਨੂੰ ਪੋਲੀਟੀਕਲ ਅਗਰ ਜੇ ਰਿਪਰੈਜ਼ੈਂਟ ਲੀਡਰਸ਼ਿਪ ਮਿਲਦੀ ਹੈਗੀ ਤਾਂ ਉਹ ਫਾਇਦੇ ਦੀ ਗੱਲ ਹੈਗੀ। ਉਹ ਚੀਜ਼ਾਂ ਸਾਰੀਆਂ ਮਿਲਾ ਕੇ ਕਿਸੇ ਨਾ ਕਿਸੇ ਤਰੀਕੇ ਇੱਕ ਨਵੇਂ ਤਰ੍ਹਾਂ ਦਾ ਡਾਇਲੌਗ ਸ਼ੁਰੂ ਕਰਨਾ ਪੈਣਾ, ਲੋਕਾਂ ਨਾਲ ਗੱਲਬਾਤ ਕਰਨੀ ਪੈਣੀ ਹੈ। ਸਿਰਫ ਸਕਾਲਰਸ ਦੇ ਨਾਲ ਨਹੀਂ, ਆਮ ਬੰਦਿਆਂ ਨਾਲ ਗੱਲਬਾਤ ਕਰਨੀ ਪੈਣੀ ਹੈ। ਹਾਂ ਜੀ, ਤੁਸੀਂ ਕਿਸਾਨੀ ਹੈਗੀ ਜਾਂ ਹੋਰ ਤੁਹਾਡੀਆਂ ਜਿਹੜੀਆਂ ਟ੍ਰੈਡੀਸ਼ਨਲ ਕਨਸਟੀਟਿਊਐਂਸੀਜ਼ ਹੈਗੀਆਂ, ਪੰਜਾਬ ਦਾ ਜਿਹੜਾ ਦਲਿਤ ਵਰਗ ਹੈਗਾ ਜਾਂ ਔਰਤਾਂ ਹੈਗੀਆਂ, ਉਹਨਾਂ ਨਾਲ ਐਕਚੁਅਲ ਡਾਇਲੌਗ ਕਰਨਾ ਪੈਣਾ। ਉੱਪਰ ਜਾ ਕੇ ਬੈਠ ਕੇ ਤੁਸੀਂ ਇਹ ਨਹੀਂ ਕਿ ਹਾਂ ਜੀ ਆਹ ਦੇਖੋ ਅਸੀਂ ਤੁਹਾਡੇ ਵਾਸਤੇ ਕਰ ਰਹੇ ਹਾਂ।
ਉਹਨਾਂ ਦੀ ਸੋਚ ਕੀ ਹੈਗੀ, ਉਹਨਾਂ ਦੇ ਵਾਸਤੇ ਐਸਪੀਰੇਸ਼ਨ ਉਹਨਾਂ ਦੀਆਂ ਕੀ ਹੈਗੀਆਂ ਅੱਜ ਤੋਂ 20 ਸਾਲ ਬਾਅਦ। ਉਹਦੇ ਵਿੱਚੋਂ ਇੱਕ ਨਵੀਂ ਇਮੇਜਿਨੇਸ਼ਨ ਨਿਕਲੇ, ਨਵੇਂ ਤਰੀਕੇ ਦਾ ਸੋਚਣਾ ਨਿਕਲੇ, ਨਵੇਂ ਤਰੀਕੇ ਦੇ ਡਾਇਲੌਗ ਨਿਕਲਣ, ਨਵੇਂ ਤਰੀਕੇ ਦੇ ਸਲੋਗਨ ਨਿਕਲਣ, ਤੇ ਉਹ ਪੋਸੀਬਿਲਿਟੀਜ਼ ਹੈਗੀਆਂ। ਅੱਜ ਉਹੀ ਤਰ੍ਹਾਂ ਉਸੇ ਤਰ੍ਹਾਂ ਦੀ ਰੀਜਨਲ ਪੋਲਿਟਿਕਸ ਸਰਵਾਈਵ ਕਰੇਗੀ ਜਿਹੜੀ ਸਾਈਮਲਟੇਨੀਅਸਲੀ ਗਲੋਬਲ ਵੀ ਹੈਗੀ, ਕਿਉਂਕਿ ਜਿਹੜਾ ਪੰਜਾਬੀ ਹੈ ਉਹ ਸਿਰਫ ਟੈਰੀਟੋਰੀਅਲੀ ਪੰਜਾਬ ਵਿੱਚ ਨਹੀਂ ਹੈਗਾ, ਉਹ ਟੈਰੀਟੋਰੀਅਲੀ ਗਲੋਬਲ ਹੈਗਾ, ਪਰ ਕਿਸੇ ਨਾ ਕਿਸੇ ਲੈਵਲ ਤੇ ਉਹਦੀ ਇੱਕ ਆਪਣੀ ਸਪੈਸੀਫਿਕ ਆਈਡੈਂਟੀਟੀ ਵੀ ਹੈਗੀ, ਉਹਦਾ ਪੰਜਾਬ ਰੀਜਨ ਦੇ ਨਾਲ ਮੋਹ ਹੈਗਾ। ਅਸੀਂ ਦਿੱਲੀ 'ਚ ਬੈਠੇ ਸੋਚਦੇ ਹਾਂ ਕਿ ਹਾਂ ਵੀ ਪੰਜਾਬ ਵਿੱਚ ਕੁਝ ਹੁੰਦਾ, ਤੁਹਾਡੇ ਪ੍ਰੋਗਰਾਮ ਦੇਖਦੇ ਹਾਂ, ਇਸੇ ਕਰਕੇ ਦੇਖਦੇ ਹਾਂ ਕਿਉਂਕਿ ਸਾਨੂੰ ਲੱਗਦਾ ਕਿ ਉਹਦੇ ਨਾਲ ਕਨੈਕਟ ਕਰਨਾ ਬੜਾ ਜ਼ਰੂਰੀ ਹੈ, ਨਹੀਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਕੀ ਕਵਾਂਗੇ, ਸਾਡੀ ਆਪਣੀ ਆਈਡੈਂਟੀਟੀ ਕਿਵੇਂ ਹੋਏਗੀ। ਤੇ ਇਹ ਕੋਈ ਮਤਲਬ ਮੇਰਾ ਪਰਸਨਲ ਇਸ਼ੂ ਨਹੀਂ ਹੈ ਕਿ ਸਾਡੇ ਐਗਜ਼ਿਸਟੈਂਸ਼ੀਅਲ ਇਸ਼ੂ ਹੈਗੇ। ਇਸ ਵਾਸਤੇ ਪੰਜਾਬ ਨੂੰ ਲੋੜ ਹੈਗੀ ਇੱਕ ਚੰਗੀ ਰੀਜਨਲ ਪਾਰਟੀ ਦੀ, ਜਿਹੜੀ ਲੀਡਰਸ਼ਿਪ ਜਿਹੜੀ ਉਹਦੀ ਹੈਗੀ ਉਹ ਲੋਕਾਂ ਦੇ ਬਾਰੇ ਸੋਚੇ, ਪੰਜਾਬੀਆਂ ਦੇ ਬਾਰੇ ਸੋਚੇ, ਸਿੱਖਾਂ ਦੇ ਬਾਰੇ ਸੋਚੇ, ਪੰਥ ਦੇ ਬਾਰੇ ਸੋਚੇ, ਰੀਜਨ ਦੇ ਬਾਰੇ ਸੋਚੇ। ਇਹ ਸਾਰੀਆਂ ਚੀਜ਼ਾਂ ਅਕਾਲੀ ਕਰ ਰਿਹਾ ਸੀਗਾ, ਅਕਾਲੀ ਦਲ ਕਰ ਰਿਹਾ ਸੀਗਾ, ਇਸ ਵਾਸਤੇ ਇੱਕ ਵੱਖਰੀ ਪਾਰਟੀ ਸੀ। ਉਹ ਚੈਲੰਜ ਇਸ ਟਾਈਮ ਇਹ ਲੀਡਰਸ਼ਿਪ ਕਰ ਪਾਏਗੀ ਮੈਨੂੰ ਲੱਗਦਾ ਨਹੀਂਗਾ, ਜਿਵੇਂ ਬਾਕੀਆਂ ਨੇ ਕਿਹਾ ਹੈਗਾ ਅਜੇ ਤੱਕ ਸਾਡੇ ਵਾਸਤੇ ਸਾਡੇ ਸਾਹਮਣੇ ਉਹਦਾ ਦੀ ਇਮੇਜਿਨੇਸ਼ਨ ਨਹੀਂ ਆਈ ਕਿ ਹਾਂ ਵੀ ਤੁਸੀਂ ਬਸ ਡਾਇਲੌਗ ਮਾਰੀ ਜਾਓਗੇ, ਸਿੱਧੂ ਦੇ ਅਗੇਂਸਟ ਕੋਈ ਆਰਟੀਕੂਲੇਟ ਕਰ ਦੇਗਾ, ਮਜ਼ਾਕ ਉਡਾ ਲੇਗਾ, ਲੋਕੀ ਹੱਸ ਤਾਂ ਪੈਣਗੇ, ਪਰ ਉਹਦੇ ਨਾਲ ਪੰਥਕ ਇਸ਼ੂ ਜਿਹੜੇ ਹੈਗੇ ਬੜੇ ਡੀਪ ਹੈਗੇ, ਬੜੇ ਰੀਅਲ ਇਸ਼ੂਜ਼ ਹੈਗੇ, ਔਖੇ ਵੀ ਨਹੀਂ ਹੈਗੇ ਉਹਨਾਂ ਨੂੰ ਐਂਗੇਜ ਕਰਨਾ ਜਾਂ ਆਰਟੀਕੂਲੇਟ ਕਰਨਾ। ਸਾਡੇ ਵਰਗੇ ਬੰਦੇ ਬਹਿ ਕੇ ਵੀ ਗੱਲਾਂ ਕਰ ਲੈਣਗੇ, ਅਸੀਂ ਸਟੱਡੀਜ਼ ਕਰਕੇ ਦੇ ਦਿਆਂਗੇ, ਇੰਪੀਰੀਕਲ ਕੰਮ ਕਰਕੇ ਦੇ ਦਿਆਂਗੇ, ਕਰਨ ਨੂੰ ਤਿਆਰ ਹੈਗੇ ਲੋਕ। ਇਹ ਬਹੁਤਾ ਸਾਰਾ ਕੰਮ ਹੈਗਾ ਵੀ ਸਹੀ ਆਲਰੇਡੀ, ਅਕਾਲੀ ਦਲ ਤੇ ਲੋਕੀ ਕਿਤਾਬਾਂ ਵੀ ਲਿਖ ਰਹੇ ਆ, ਰਿਸਰਚ ਵੀ ਹੋ ਰਹੀ ਹੈ। ਬਾਕੀ ਜਿਹੜੇ ਲੋਕ ਉੱਥੇ ਬੈਠੇ ਹੈਗੇ, ਜਿਹੜੇ ਪਹਿਲੇ ਐਸੋਸੀਏਟਿਡ ਰਹੇ, ਉਹਨਾਂ ਦੇ ਨਾਲ ਗੱਲ ਕਰਨ, ਇਹ ਨਿਕਲ ਸਕਦਾ, ਕੋਈ ਉਹਨਾਂ ਔਖਾ ਨਹੀਂ ਹੈਗਾ। ਗਲੋਬਲੀ ਕਮਿਊਨਿਟੀ ਨੂੰ ਕਿਵੇਂ ਆਈਡੈਂਟੀਫਾਈ ਕਰੋਗੇ? ਹੁਣ ਐਸਜੀਪੀਸੀ ਜਿਹੜੀ ਹੈਗੀ ਸਿਰਫ ਅੰਮ੍ਰਿਤਸਰ ਤੱਕ ਸੀਮਿਤ ਨਹੀਂ ਰਹਿ ਸਕਦੀ, ਤੁਹਾਨੂੰ ਸਾਰੀ ਗਲੋਬਲ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਪੈਣਾ ਹੈ। ਉਹਦੇ ਵਿੱਚ ਫਿਰ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਵੀ ਦੇਣੀ ਪੈਣੀ, ਤੁਹਾਨੂੰ ਐਸਜੀਪੀਸੀ ਨੂੰ ਵੀ ਦੁਬਾਰਾ ਸੋਚਣਾ ਪੈਣਾ ਕਿਵੇਂ ਸੋਚੋਗੇ। ਉਸ ਕੌਮ ਦੀ ਜਿਹੜੀਆਂ ਰਿਐਲਿਟੀਜ਼ ਹੈਗੀਆਂ, ਉਹਨਾਂ ਨੂੰ ਕੌਮ ਦੀ ਰਿਐਲਿਟੀਜ਼ ਨੂੰ ਨਾਲ ਲੈ ਕੇ ਤੁਸੀਂ ਇਹ ਨਾ ਸੋਚੋ ਕਿ ਸਿਰਫ ਪੰਜਾਬ ਦੀ ਪਾਰਟੀ ਹੈਗੇ ਪੰਜਾਬ ਵਿੱਚ ਅਜੇ ਵੀ ਮੈਜੋਰਿਟੀ ਸਿੱਖਾਂ ਦੀ ਲਾਰਜਲੀ ਪੰਜਾਬ ਵਿੱਚ ਹੈਗੀ, ਲੇਕਿਨ ਅੱਜ ਪੰਜਾਬ ਦੀ ਕੋਈ ਵੈਲਿਊ ਉਸ ਤਰ੍ਹਾਂ ਨਹੀਂ ਰਹੇਗੀ, ਕਿਉਂਕਿ ਦੇਸ਼ ਦੀ ਵੀ ਵੈਲਿਊ ਨਹੀਂ ਰਹਿਣੀ, ਕਿਉਂਕਿ ਉਸ ਤਰ੍ਹਾਂ ਦੇ ਸਮਾਜ ਰਹੇ ਨਹੀਂ ਜਿਹਨਾਂ ਦੀ ਨੈਸ਼ਨਲ ਬਾਉਂਡਰੀ ਸੀ। ਕਿਉਂਕਿ ਸਾਡੀ ਜਿਹੜੀ ਰੀਚ ਹੈਗੀ, ਆਪਾਂ ਰੀਅਲ ਟਾਈਮ ਵਿੱਚ ਗੱਲ ਕਰ ਸਕਦੇ ਹਾਂ, ਤੁਹਾਡੇ ਆਡੀਅנס ਬੈਠੇ ਹੋਣੇ ਕੈਨੇਡਾ ਦੇ ਵਿੱਚ ਜਿਹੜੇ ਰੀਅਲ ਟਾਈਮ ਵਿੱਚ ਦੇਖ ਰਹੇ ਹੋਣੇ ਆ, ਇੱਕ ਨਵੀਂ ਤਰ੍ਹਾਂ ਦੀ ਰਿਐਲਿਟੀ ਹੈਗੀ। ਉਸ ਰਿਐਲਿਟੀ ਨੂੰ ਕਿਵੇਂ ਆਪਣੀ ਪੋਲੀਟੀਕਲ ਇਮੇਜਿਨੇਸ਼ਨ ਦੇ ਵਿੱਚ ਲਿਆ ਕੇ ਤੁਸੀਂ ਇੱਕ ਏਜੰਡਾ ਤੇ ਪ੍ਰੋਗਰਾਮ ਦਿਓਗੇ, ਉਹ ਅਜੇ ਤੱਕ ਤਾਂ ਨਹੀਂ ਆਇਆ। ਠੀਕ ਹੈ, ਰਿਫਲੈਕਸ਼ਨ ਸ਼ੁਰੂ ਹੋ ਗਈ, ਬੜੀ ਚੰਗੀ ਗੱਲ ਹੈਗੀ, ਕ੍ਰਾਈਸਿਸ ਤਾਂ ਅਪਰਚੂਨਿਟੀਜ਼ ਹੁੰਦੀਆਂ ਹੈਗੀਆਂ, ਤੇ ਇਸ ਨੂੰ ਲੈ ਕੇ ਆਪ ਜਿਹੜੇ ਸਿੱਖ ਹੈਗੇ, ਆਪਾਂ ਸਾਡੇ ਵਰਗਿਆਂ ਨੂੰ ਵੀ ਸੋਚਣਾ ਚਾਹੀਦਾ, ਧੱਕਾ ਲਗਾਉਣਾ ਚਾਹੀਦਾ ਕਿ ਤੁਸੀਂ ਇਸ ਪਾਸੇ ਜਾਓ। ਨਵੀਂ ਲੀਡਰਸ਼ਿਪ ਨਿਕਲੇਗੀ, ਹੁਣ ਇਮੀਡੀਏਟਲੀ ਨਹੀਂ ਆਏਗੀ ਤਾਂ 5 ਸਾਲ ਬਾਅਦ ਆਏਗੀ। ਇਹ ਅਕਾਲੀ ਦਲ ਨਹੀਂ ਬਣੇਗਾ ਤਾਂ ਕੁਝ ਹੋਰ ਬਣੇਗਾ, ਬਣੇਗਾ ਤਾਂ ਸਹੀ। ਲੋਕੀ ਇੰਨੇ ਉਹ ਨਹੀਂ ਹੈਗੇ ਕਿ ਬਿਲਕੁਲ ਦੇਖਿਆ ਤੁਸੀਂ ਇਨੀਸ਼ੀਏਟਿਵ ਲੈਂਦੇ ਆ ਲੋਕ, ਤੁਹਾਨੂੰ ਲੈਂਦੇ ਆ। ਪੰਜਾਬ ਦੀ ਸਿਵਲ ਸੁਸਾਇਟੀ ਜਿਵੇਂ ਡਿਵੈਲਪ ਹੋ ਰਹੀ ਹੈ, ਬੜੀ ਰਿਮਾਰਕੇਬਲ ਹੈ, ਜਿਹੜਾ ਮੈਨੂੰ ਦੂਰੋਂ ਦੇਖ ਕੇ ਲੱਗਦਾ, ਮੈਨੂੰ ਹੋਪ ਆਉਂਦੀ ਹੈ ਕਿ ਹਾਂਜੀ ਦੇਖੋ ਪੰਜਾਬ ਦੇ ਲੋਕੀ ਔਖੀਆਂ ਚੀਜ਼ਾਂ ਤੇ ਗੱਲਾਂ ਕਰਦੇ ਆ, ਸਿਰਫ ਉਹ ਡਾਂਸ ਤੇ ਗਾਣੇ ਨਹੀਂ ਸੁਣਦੇ। ਇਹ ਪੰਜਾਬ ਦੇ ਵਿੱਚ ਕਿਤੇ ਜ਼ਿਆਦਾ ਹੋ ਰਿਹਾ ਅੱਜ ਤੋਂ 10 ਸਾਲ ਪਹਿਲੇ ਜੋ ਹੁੰਦਾ ਸੀਗਾ। ਸੋ ਆਈ ਥਿੰਕ ਵਨ ਸ਼ੁਡ ਨਾਟ ਗਿਵ ਅਪ ਹੋਪ, ਪਰ ਇਹ ਹੈਗਾ ਕਿ ਚੈਲੰਜਸ ਵੀ ਹੈਗੇ, ਤੇ ਉਸ ਚੈਲੰਜਸ ਨੂੰ ਲੈ ਕੇ ਹੀ ਅਕਾਲੀ ਪੋਲਿਟਿਕਸ, ਰੀਜਨਲ ਪੋਲਿਟਿਕਸ ਰਿਵਾਈਵ ਕਰੇ ਤਾਂ ਹੀ ਫਾਇਦਾ ਹੈਗਾ। ਬਹੁਤ ਮਿਹਰਬਾਨੀ।